ਹਾਜ਼ਰੀਨ ਮੁਅੱਜ਼ਜ਼, ਸਾਡੀ ਅੱਜ ਉਡਾਨ ਇੰਸਟੀਚਿਊਟ ਦੇ ਪਲੇਟਫਾਰਮ ਤੋਂ ਇਸ ਆਨਲਾਈਨ ਕਲਾਸ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਗੱਲ ਕਰਾਂਗੇ ਮਾਸਟਰ ਕੇਡਰ ਦੇ ਗੱਲ ਸੰਦਰਭ ਦੇ ਵਿੱਚ ਭਾਸ਼ਾ ਤੇ ਭਾਸ਼ਾ ਵਿਗਿਆਨ ਦਾ ਜਿਹੜਾ ਸਾਡਾ ਪੇਪਰ ਹੈਗਾ, ਵਿਆਕਰਨ ਦਾ ਪੇਪਰ ਹੈ, ਉਹਦੀ ਤੁਹਾਨੂੰ ਅਸੀਂ ਤਿਆਰੀ ਕਰਾਵਾਂਗੇ। ਤੋ ਇੱਕ ਗੱਲ ਆਮ ਪੰਜਾਬੀ ਵਿਦਿਆਰਥੀ ਵਰਗ ਦੇ ਵਿੱਚ, ਪੰਜਾਬੀ ਪਾਠਕ ਵਰਗ ਦੇ ਵਿੱਚ ਪਾਈ ਜਾਂਦੀ ਹੈ ਕਿ ਭਾਸ਼ਾ ਵਿਗਿਆਨ ਨੂੰ ਖੁਸ਼ਕ ਜਿਹਾ ਵਿਸ਼ਾ ਮੰਨਿਆ ਜਾਂਦਾ ਹੈਗਾ, ਹਊਆ ਬਣਿਆ ਹੋਇਆ ਭਾਸ਼ਾ ਵਿਗਿਆਨ ਆਪਣੇ ਆਪ ਦੇ ਵਿੱਚ। ਤੋ ਇਹ ਸੱਚ ਹੈ ਕਿ ਭਾਸ਼ਾ ਵਿਗਿਆਨ ਅਤੇ ਆਲੋਚਨਾ ਦੋ ਇਹੋ ਜਿਹੇ ਵਿਸ਼ੇ ਨੇ ਜਿਹੜੇ ਬੜੇ ਹੀ ਰਫ ਨੇ, ਬੜੇ ਖਰਵੇ ਜਿਹੇ ਵਿਸ਼ੇ ਹੈਗੇ ਨੇ। ਤੋ ਇਹਨਾਂ ਵਾਸਤੇ ਜ਼ਿਆਦਾ ਤਰੱਦਦ ਦੀ ਲੋੜ ਹੈਗੀ ਹੈ, ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈਗੀ ਹੈ, ਧਾਰਨਾ ਬਣੀ ਹੋਈ ਹੈ। ਤੋ ਠੀਕ ਹੈ, ਕਿਤੇ ਨਾ ਕਿਤੇ ਸੱਚ ਵੀ ਹੈ ਕਿ ਇਹ ਵਿਸ਼ੇ ਜ਼ਿਆਦਾ ਮਿਹਨਤ ਦੀ ਮੰਗ ਕਰਦੇ ਨੇ, ਕਿਉਂਕਿ ਇਹਨਾਂ ਦਾ ਸੰਬੰਧ ਜਿਹੜਾ ਹੈਗਾ ਉਹ ਸਿਧਾਂਤਕ ਪੱਖ ਦੇ ਨਾਲ ਹੈਗਾ ਔਰ ਮੂਲ ਰੂਪ ਦੇ ਵਿੱਚ ਸਿਧਾਂਤ ਨੂੰ ਪਹਿਲਾਂ ਪੜ੍ਹਨਾ ਪੈਂਦਾ ਔਰ ਫਿਰ ਉਹਦੇ ਜਿਹੜੇ ਵਿਹਾਰਕ ਪੱਧਰ 'ਤੇ ਉਹਨੂੰ ਲਾਗੂ ਕਰਨਾ ਜਿਹੜਾ ਕਰਿਆ ਜਾਂਦਾ ਹੈਗਾ। ਤੋ ਆਪਾਂ ਅੱਜ ਬੜੇ ਸੁਖੈਨ ਢੰਗ ਦੇ ਨਾਲ ਵਿਖਿਆਤ ਕਰਕੇ ਜਿਹੜਾ ਹੈਗਾ ਤੁਹਾਨੂੰ ਭਾਸ਼ਾ ਵਿਗਿਆਨ ਦੇ ਜਿਹੜੇ ਹੈਗੇ ਨੇ ਸਵਾਲ ਨੇ, MCQ ਜਿਹੜੇ ਹੈਗੇ ਨੇ ਉਹ ਹੱਲ ਕਰਵਾਵਾਂਗੇ। ਔਰ ਹਰ ਦਿਨ ਵਾਂਗੂ ਹੀ ਮੈਂ ਤੁਹਾਨੂੰ, ਜਿਵੇਂ ਆਪਾਂ ਪਹਿਲਾਂ ਵੀ ਕਰਦੇ ਹੁੰਦੇ ਗੱਲ ਅਕਸਰ ਹੀ ਵਿਖਿਆਨ ਦੇ ਵਿੱਚ, ਕਲਾਸ ਦੇ ਵਿੱਚ, ਕਿ ਕੁਐਸਚਨ ਭਾਵੇਂ ਕਿਸੇ ਪ੍ਰਕਾਰ ਦਾ ਹੀ ਹੋਵੇ, ਸਵਾਲ ਜਿਵੇਂ ਮਰਜ਼ੀ ਹੋਵੇ, ਉਹਨੂੰ ਘਬਰਾਉਣਾ ਨਹੀਂ ਵੇਖ ਕੇ ਬੜਾ ਆਸਾਨੀ ਨਾਲ ਪਹਿਲਾਂ ਉਹਨੂੰ ਪੜ੍ਹਨਾ ਹੈ, ਉਹਨੂੰ ਦੀ ਇਬਾਰਤ ਨੂੰ ਪੜ੍ਹਨਾ ਹੈ, ਉਹਦੀ ਇਬਾਰਤ ਪੜ੍ਹ ਕੇ ਉਹਦੇ ਥੱਲੇ ਵਾਲੇ ਪਾਸੇ ਜਿਹੜੇ ਉਹਦੇ 4 ਤੁਹਾਨੂੰ ਆਨਸਰ ਦਿੱਤੇ ਹੋਣਗੇ ਉਹਨਾਂ ਨੂੰ ਪੜ੍ਹਨਾ ਹੈ ਔਰ ਉਹਨਾਂ ਨੂੰ ਪੜ੍ਹ ਕੇ ਫਿਰ ਉਹਦਾ ਹੱਲ ਜਿਹੜਾ ਹੈਗਾ ਤੁਸੀਂ ਆਨਸਰ ਦੇਣਾ ਹੈਗਾ। ਕਈ ਵਾਰ ਕੀ ਹੁੰਦਾ ਹੈ, ਕਈ ਮੁਕਾਬਲੇ ਦੇ ਇਮਤਿਹਾਨਾਂ ਦੇ ਵਿੱਚ ਮੈਂ ਅਕਸਰ ਹੀ ਕਹਿੰਦਾ ਕਿ ਤੁਸੀਂ ਕੀ ਕਰਦੇ ਹੋ, ਬੜਾ ਜਲਦਬਾਜ਼ੀ ਦੇ ਵਿੱਚ, ਬੜਾ ਕਾਹਲੀ ਦੇ ਵਿੱਚ ਉਹਨੂੰ ਹੱਲ ਕਰਦੇ ਹੋ। ਜਦੋਂ ਤੁਸੀਂ ਜਲਦਬਾਜ਼ੀ ਕਰਦੇ ਹੋ, ਕਈ ਵਾਰ ਕੀ ਹੁੰਦਾ ਹੈਗਾ ਕਿ ਉੱਥੇ ਨੈਗੇਟਿਵ ਮਾਰਕਿੰਗ ਹੁੰਦੀ ਹੈ। ਤੁਹਾਡੇ ਜਿਹੜਾ ਐਗਜ਼ੈਕਟ ਤੁਹਾਨੂੰ ਪਤਾ ਹੈਗਾ, ਤੁਹਾਨੂੰ ਸਹੀ ਪਤਾ ਹੈਗਾ, ਤੁਹਾਨੂੰ ਪ੍ਰੋਪਰ ਪਤਾ ਹੈਗਾ, ਪਹਿਲੀ ਗੱਲ ਤਾਂ ਤੁਸੀਂ ਉਹਨੂੰ ਹੱਲ ਕਰੋ ਸਵਾਲ ਨੂੰ, ਦੂਜੇ ਨੂੰ ਛੱਡ ਦਿਓ, ਕੋਈ ਉਹਦੇ 'ਚ ਡਰ ਨਹੀਂ ਹੈਗਾ। ਪਰ ਜੇਕਰ ਤੁਸੀਂ ਐਵੇਂ ਕਰ ਬੈਠਦੇ ਹੋ ਅਤੇ ਜੇਕਰ ਤੁਹਾਨੂੰ ਨਹੀਂ ਆਉਂਦਾ ਹੈਗਾ ਅਤੇ ਉਹਨੂੰ ਢੰਗ ਨਾਲ ਪੜ੍ਹਨਾ, ਪੂਰਾ ਦਲੀਲ ਨਾਲ ਪੜ੍ਹਨਾ, ਦਲੀਲ ਨਾਲ ਪੜ੍ਹ ਕੇ ਉਦੋਂ ਬਾਅਦ ਦੇ ਵਿੱਚ ਫਿਰ ਤੁਸੀਂ ਜਿਹੜਾ ਉਹਦਾ ਆਨਸਰ ਦੇਣਾ ਹੈਗਾ ਇਸ ਗੱਲ ਦੇ ਨਾਲ। ਕਿਉਂਕਿ ਜੇ ਤੁਸੀਂ 4 ਜਾਂ 3 ਸਵਾਲ ਗਲਤ ਕਰ ਬੈਠਦੇ ਹੋ ਤਾਂ ਤੁਹਾਡੇ ਸਹੀ ਸਵਾਲ ਨੂੰ ਵੀ ਫਿਰ ਉਹ ਲੈ ਡੁੱਬਦਾ ਹੈਗਾ ਨਾਲ। ਤਾਂ ਇਸ ਕਰਕੇ ਇਹੋ ਜਿਹੀ ਗਲਤੀ ਨਹੀਂ ਕਰਨੀ ਗੀ। ਬੜੇ ਠਰੇਮੇ ਨਾਲ, ਬੜਾ ਸ਼ਾਂਤ ਚਿੱਤ ਦੇ ਨਾਲ, ਦਿਮਾਗ ਨੂੰ ਫਰੀ ਕਰਕੇ ਜਿਹੜਾ ਅਸੀਂ ਆਨਸਰ ਉੱਥੇ ਦੇਣਾ। ਘਬਰਾਹਟ ਦੀ ਕੋਈ ਲੋੜ ਨਹੀਂ, ਜਿੰਨਾ ਕੁ ਅਸੀਂ ਪੜ੍ਹਿਆ ਹੁੰਦਾ ਉਹਨਾਂ ਕੁ ਪੜ੍ਹ ਚੁੱਕੇ ਹੁੰਦੇ ਹਾਂ। ਜੋ ਕਿਸਮਤ 'ਚ ਲਿਖਿਆ ਬਾਕੀ ਤਾਂ ਉਹ ਹੋਣਾ ਹੈ, ਜੋ ਗੁਰੂ ਮਹਾਰਾਜ ਨੇ ਲਿਖਿਆ ਹੈਗਾ ਓਨਾ ਹੀ ਹੋਣਾ ਹੈ। ਪਰ ਕੁਛ ਕੁ ਸਾਡਾ ਵੀ ਐਫਰਟ ਕਰਨ ਦਾ ਉੱਥੇ ਜਿਹੜਾ ਹੈਗਾ ਯਤਨ ਤਾਂ ਜ਼ਰੂਰ ਚਾਹੀਦਾ ਬੰਦੇ ਨੂੰ ਕਰਨਾ, ਉੱਦਮ ਤਾਂ ਚਾਹੀਦਾ ਹੈਗਾ। ਸੋ ਬਹੁਤਾ ਸਮਾਂ ਨਾ ਲੈਂਦੇ ਆਪਾਂ ਅੱਜ ਹੁਣ ਹੱਲ ਕਰਦੇ ਹੈਗੇ ਆਪਣੇ ਲਿੰਗੁਇਸਟਿਕਸ ਦੇ MCQ ਜਿਹੜੇ ਹੈਗੇ ਨੇ ਕੁਐਸਚਨ ਨੇ, ਭਾਸ਼ਾ ਵਿਗਿਆਨ ਦੇ ਕੁਐਸਚਨ ਨੇ। ਸਾਡਾ ਇੱਥੇ ਪਹਿਲਾ ਹੀ ਸਵਾਲ ਹੈਗਾ, ਭਾਸ਼ਾ ਦਾ ਉਦੇਸ਼ ਹੈ। ਉਹ ਪੁੱਛਦਾ ਹੈ ਕਿ ਭਾਸ਼ਾ ਦਾ ਉਦੇਸ਼ ਕੀ ਹੈ। 4 ਸਾਡੇ ਕੋਲ ਇਹਦੇ ਵਿੱਚ ਜਿਹੜਾ ਹੈਗਾ ਆਪਸ਼ਨ ਦਿੱਤੇ ਹੈਗੇ ਨੇ। ਵਿਚਾਰਾਂ ਨੂੰ ਲੜੀ 'ਚ ਪਰੋਣਾ, ਵਿਚਾਰ ਦੇਣਾ, ਵਿਚਾਰ ਆਦਾਨ ਪ੍ਰਦਾਨ ਕਰਨਾ ਜਾਂ ਵਿਚਾਰਾਂ ਦਾ ਪ੍ਰਗਟਾਵਾ ਕਰਨਾ। ਹੁਣ ਪਹਿਲੀ ਗੱਲ ਤੇ ਭਾਸ਼ਾ ਦਾ ਸਾਨੂੰ ਪਤਾ ਹੋਵੇ ਕਿ ਭਾਸ਼ਾ ਕੀ ਹੁੰਦੀ ਹੈ। ਭਾਸ਼ਾ ਇੱਕ ਸਰਬਕਾਲੀ ਤੇ ਜੀਵੰਤ ਵਸਤੂ ਹੈ ਜਿਹੜੀ ਬੰਦੇ ਨੂੰ, ਇਨਸਾਨ ਨੂੰ ਇਨਸਾਨ ਬਣਾਉਂਦੀ ਹੈ। ਭਾਸ਼ਾ ਵਿਹੂਣਾ ਜਿਹੜਾ ਇਨਸਾਨ ਹੈ ਉਹ ਪਸ਼ੂ ਦੇ ਬਰਾਬਰ ਹੈ। ਭਾਸ਼ਾ ਹੀ ਇੱਕ ਇਹੋ ਜਿਹਾ, ਇੱਕ ਸਮਾਜ ਦੀ ਇਹੋ ਜਿਹੀ ਦਾਤ ਹੈਗੀ ਆ, ਇਹੋ ਜਿਹੀ ਧਰੋਹਰ ਹੈਗੀ ਆ ਜਿਹੜੀ ਸਾਨੂੰ ਹੈਵਾਨੀ ਖਸਲਤਾਂ ਤੋਂ ਇਨਸਾਨ ਬਣਾਉਂਦੀ ਹੈ ਜਾਂ ਇਨਸਾਨ ਬਣਨ ਵਾਸਤੇ ਪ੍ਰੇਰਿਤ ਕਰਦੀ ਹੈਗੀ ਹੈ। ਤੋ ਨਿਰਸੰਦੇਹ ਅਬਰਾਹਮ ਕਹਿੰਦਾ ਕਿ ਭਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਭਾਸ਼ਾ ਹੀ ਸਾਡੇ ਵਿੱਚ ਅਤੇ ਪਸ਼ੂਆਂ ਦੇ ਵਿੱਚ ਜਿਹੜਾ ਹੈਗਾ ਉਹ ਅੰਤਰ ਦਾ ਮੁੱਖ ਕਾਰਕ ਹੈ। ਹਾਲਾਂਕਿ ਪਸ਼ੂ ਦੇ ਵਿੱਚ ਵੀ ਫੀਲਿੰਗਸ ਹੁੰਦੀਆਂ ਨੇ, ਇਮੋਸ਼ਨ ਹੁੰਦੇ ਨੇ, ਕਾਮ ਕ੍ਰੀੜਾ ਕਰਨ ਦੀ ਪ੍ਰਵਿਰਤੀ ਹੁੰਦੀ ਹੈਗੀ ਆ, ਉਹ ਵੀ ਬੱਚਿਆਂ ਨੂੰ ਜਨਮ ਦਿੰਦਾ, ਉਹਨੂੰ ਵੀ ਭੁੱਖ ਲੱਗਦੀ ਹੈ, ਉਹ ਵੀ ਸਰੀਰ ਦੀਆਂ ਕਿਰਿਆਵਾਂ ਕਰਦਾ, ਉਹੀ ਮਨੁੱਖ ਕਰਦਾ। ਪਰ ਫਰਕ ਕਿੱਥੇ ਹੈ? ਫਰਕ ਕੀ ਹੈ? ਵਿਚਾਰ ਪ੍ਰਗਟ ਕਰਨ ਦਾ, ਵਿਚਾਰ ਪ੍ਰਾਪਤ ਕਰਨ ਦਾ ਫਰਕ ਹੈਗਾ। ਸੋ ਇਸ ਪ੍ਰਕਾਰ ਭਾਸ਼ਾ ਜਿਹੜੀ ਹੈ ਉਹ ਮਨੁੱਖ ਨੂੰ ਇਨਸਾਨ ਬਣਾਉਣ ਵਾਲਾ ਕਾਰਕ ਹੈਗਾ। ਤੋ ਇੱਥੇ ਫਿਰ ਚਾਰੇ ਹੁਣ ਦੇਖੋ ਇੱਕ ਦੂਜੇ ਦੇ ਨਾਲ ਰਲਦੇ ਮਿਲਦੇ ਸਵਾਲ ਨੇ। ਹੁਣ ਵਿਚਾਰਾਂ ਨੂੰ ਲੜੀ 'ਚ ਪਰੋਣਾ, ਵਿਚਾਰ ਦੇਣਾ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਜਾਂ ਵਿਚਾਰਾਂ ਦਾ ਪ੍ਰਗਟਾਵਾ ਕਰਨਾ। ਹੁਣ ਤੁਸੀਂ ਦੇਖੋ ਜਿਹੜੇ 3 ਸਵਾਲ ਨੇ ਪਹਿਲੇ, ਆਹ A ਆ, B ਆ ਤੇ D ਆ। ਹੁਣ ਇਹ 3 ਇੱਕ ਪਾਸੜ ਨੇ, ਇੱਕ ਭਾਵ ਕੀ ਹੈ, ਇੱਕ ਬੰਦੇ ਵੱਲੋਂ ਹੀ ਨੇ ਤਿੰਨੇ, ਤੁਸੀਂ ਇੱਕ ਬੰਦਾ ਹੀ ਕਰਦਾ ਹੈਗਾ। ਤੋ ਪਰ ਜਿਹੜਾ C ਹੈਗਾ ਸਾਡਾ ਆਨਸਰ ਇੱਥੇ C ਆਊਗਾ। ਸਹੀ ਅਸੀਂ C ਕਰਾਂਗੇ
क्यों करांगे? क्योंकि भाषा विचारां दा आदान प्रदान करना हुंदा। तुसीं किसी नूं आदान प्रदान करदे हो, उधरों आदान हुंदा हैगा, तुसीं उहदे कोलों भाषा प्राप्त करदे हो। इस करके हालांकि है तां इन्हां दा भी संबंध भाषा दे नाल ही, पर इन्हां दा संबंध भाषा दे एक पासड़ प्रक्रिया दे नाल है। ਜਿਹੜਾ ਵਿਚਕਾਰ ਵਾਲਾ ਸਵਾਲ ਆਪਾਂ ਹੱਲ ਕੀਤਾ ਉਹ ਭਾਸ਼ਾ ਦੀ ਦੋਹਰੀ ਪ੍ਰਕਿਰਿਆ ਦੇ ਨਾਲ ਉਹਦਾ ਸੰਬੰਧ ਹੈ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਡੀ ਆਏਗਾ ਇੱਥੇ। ਨੈਕਸਟ ਆ ਗਿਆ ਭਾਸ਼ਾ ਸੰਪਤੀ ਹੈ। ਸੰਪਤੀ ਹੁੰਦਾ ਹੈ ਪੂੰਜੀ। ਤੋ ਉਹ ਕਹਿੰਦਾ ਨਿੱਜੀ ਹੈ, ਸਮਾਜਿਕ ਹੈ, ਧੁਨੀਆਤਮਕ ਹੈ ਜਾਂ ਸ਼ਾਬਦਿਕ ਹੈ। ਭਾਸ਼ਾ ਕਿਹੜੀ ਸੰਪਤੀ ਹੈ? ਹੁਣ ਨਾ ਤੇ ਭਾਸ਼ਾ ਨਿੱਜੀ ਹੁੰਦੀ ਹੈ, ਕਿਸੇ ਦੀ ਨਿੱਜੀ ਵੀ ਭਾਸ਼ਾ ਨਹੀਂ ਹੁੰਦੀ। ਤੁਸੀਂ ਸਮਾਜ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਵੇਖਿਆ ਹੋਣਾ ਜਿਹਦੀ ਆਪਣੀ ਕੋਈ ਨਿੱਜੀ ਭਾਸ਼ਾ ਹੋਵੇ, ਕਿਉਂਕਿ ਭਾਸ਼ਾ ਤਾਂ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ ਨਾ। ਜੇ ਇੱਕ ਬੰਦਾ ਪੰਜਾਬੀ ਬੋਲਦਾ 10 ਬੰਦੇ ਹੋਰ ਵੀ ਪੰਜਾਬੀ ਬੋਲਦੇ ਨੇ, ਕੋਈ ਹੋ ਸਕਦਾ ਥੋੜ੍ਹੀ ਬਹੁਤੀ ਅੰਗਰੇਜ਼ੀ ਬੋਲਦਾ ਹੋਵੇ। ਹੁਣ ਇਹ ਥੋੜ੍ਹੀ ਹੈ ਕਿ ਜੇ ਅਮਰੀਕਾ ਦੇ ਲੋਕ ਅੰਗਰੇਜ਼ੀ ਬੋਲਦੇ ਤਾਂ ਉਹਨਾਂ ਦੀ ਆਪਣੀ ਨਿੱਜੀ ਹੋ ਗਈ। ਸੰਸਾਰ ਦੇ ਸਾਰੇ ਦੇਸ਼ਾਂ ਦੇ ਵਿੱਚ ਅੰਗਰੇਜ਼ੀ ਬੋਲੀ ਜਾਂਦੀ ਹੈ, ਤਾਂ ਇਸ ਕਰਕੇ ਇਹ ਵੀ ਧਾਰਨਾ ਰੱਦ ਹੁੰਦੀ ਹੈ ਕਿ ਭਾਸ਼ਾ ਨਿੱਜੀ ਨਹੀਂ ਹੈਗੀ। ਨੰਬਰ ਸੀ ਹੈ ਜਿਹੜਾ ਇੱਥੇ ਇਹ ਧਾਰਨਾ ਅਸੀਂ ਰੱਦ ਕਰਦੇ ਹਾਂ। ਸੀ ਹੈ ਜਿਹੜੀ ਧੁਨੀਆਤਮਕ ਹੈ। ਠੀਕ ਹੈ, ਭਾਸ਼ਾ ਜਿਹੜੀ ਧੁਨੀਆਤਮਕ ਹੁੰਦੀ ਹੈ ਪਰ ਧੁਨੀਆਤਮਕ ਸੰਪਤੀ ਨਹੀਂ ਹੁੰਦੀ। ਧੁਨੀਆਤਮਕ ਤੋਂ ਉੱਤੇ ਵੀ ਹੁੰਦੇ ਹੈਗੇ ਨੇ, ਸ਼ਬਦ ਵੀ ਹੁੰਦੇ ਨੇ ਭਾਸ਼ਾ ਦੇ, ਵਾਕੰਸ਼ ਵੀ ਹੁੰਦੇ ਨੇ, ਕਲੌਜ਼ ਵੀ ਹੁੰਦੇ ਨੇ, ਸੈਂਟੈਂਸ ਵੀ ਹੁੰਦੇ ਨੇ। ਤਾਂ ਇਹ ਵੀ ਧਾਰਨਾ ਰੱਦ ਹੁੰਦੀ ਹੈ ਕਿ ਭਾਸ਼ਾ ਧੁਨੀਆਤਮਕ ਨਹੀਂ ਹੁੰਦੀ। ਸ਼ਾਬਦਿਕ ਕਹਿੰਦਾ ਹੈ। ਹੁਣ ਸ਼ਾਬਦਿਕ ਜਿਵੇਂ ਧੁਨੀਆਤਮਕ ਨਹੀਂ ਹੋ ਸਕਦੀ ਤੇ ਸ਼ਾਬਦਿਕ ਵੀ ਨਹੀਂ ਹੋ ਸਕਦੀ, ਕਿਉਂਕਿ ਇਕੱਲਾ ਸ਼ਬਦ ਥੋੜ੍ਹੀ ਹੈ ਭਾਸ਼ਾ ਦੀ ਜਿਹੜੀ ਹੈਗੀ ਹੈ ਸੰਪਤੀ। ਸ਼ਬਦ ਤੋਂ ਬਾਅਦ ਤੇ ਵਾਕ ਵੀ ਹੈਗੇ ਨੇ। ਸਾਰਾ ਕੁਛ ਹੀ ਭਾਸ਼ਾ ਦੀਆਂ ਜਿੰਨੇ ਗ੍ਰਾਮੈਟੀਕਲ ਯੂਨਿਟ ਨੇ ਉਹ ਸਾਰੇ ਦੇ ਸਾਰੇ ਭਾਸ਼ਾ ਦੇ ਹੀ ਨੇ। ਤਾਂ ਫਿਰ ਅਸੀਂ ਇਕੱਲੇ ਕਹਿ ਰਹੇ ਨੂੰ ਧੁਨੀ ਨੂੰ ਜਾਂ ਸ਼ਬਦ ਨੂੰ ਭਾਸ਼ਾ ਦੀ ਸੰਪਤੀ ਕਿਵੇਂ ਕਹਿ ਸਕਦੇ ਹਾਂ? ਜਾਂ ਸ਼ਬਦ ਭਾਸ਼ਾ ਨੂੰ ਸ਼ਬਦ ਦੀ ਜਾਂ ਧੁਨੀ ਦੀ ਸੰਪਤੀ ਥੋੜ੍ਹੀ ਮੰਨ ਸਕਦੇ ਹਾਂ। ਤਾਂ ਇਹ ਵੀ ਸਾਡੀ ਧਾਰਨਾ ਇੱਥੇ ਇਹਨਾਂ ਦੀ ਧਾਰਨਾ ਗਲਤ ਕਰ ਹੁੰਦੀ ਹੈਗੀ ਆ। ਤਾਂ ਸਾਡਾ ਸਹੀ ਆਨਸਰ ਕਿਹੜਾ ਆਏਗਾ? ਸਾਡਾ ਆਨਸਰ ਆਏਗਾ ਬੀ ਆਨਸਰ। ਭਾਸ਼ਾ ਸਮਾਜ ਦੀ ਸੰਪਤੀ ਹੈ, ਸਮਾਜ ਦੀ ਪੂੰਜੀ ਹੈ। ਸਾਰਾ ਸਮਾਜ ਹੀ ਭਾਸ਼ਾ ਨੂੰ ਬੋਲਦਾ ਨਾ, ਸਾਰੇ ਸਮਾਜ ਦੇ ਵਿੱਚ ਭਾਸ਼ਾ ਬੋਲੀ ਜਾਂਦੀ ਹੈ, ਗ੍ਰਹਿਣ ਕੀਤੀ ਜਾਂਦੀ ਹੈ। ਤਾਂ ਇੱਕ ਬੇਸ਼ੱਕ ਉਹ ਕੋਈ ਵੀ ਸਮਾਜ ਹੋਵੇ, ਇਹ ਨਹੀਂ ਹੈ ਕਿ ਫਲਾਣਾ ਸਮਾਜ ਹੀ ਹੈ, ਉਹ ਕੋਈ ਵੀ ਸਮਾਜ ਹੈ, ਭਾਵੇਂ ਉਹ ਅੰਗਰੇਜ਼ੀ ਬੋਲਣ ਵਾਲਾ, ਭਾਵੇਂ ਅਰਬੀ ਬੋਲਣ ਵਾਲਾ, ਭਾਵੇਂ ਹੀਬਰੂ ਬੋਲਣ ਵਾਲਾ ਹੈਗਾ, ਭਾਵੇਂ ਉਹ ਹਿੰਦੀ ਬੋਲਣ ਵਾਲਾ ਜਾਂ ਪੰਜਾਬੀ ਬੋਲਣ ਵਾਲਾ, ਕੋਈ ਵੀ ਸਮਾਜ ਹੋਵੇ ਉਹਦੀ ਸੰਬੰਧਿਤ ਭਾਸ਼ਾ ਉਹਦੀ ਸੰਪਤੀ ਹੁੰਦੀ ਹੈ, ਸਮਾਜ ਦੀ ਸੰਪਤੀ ਹੁੰਦੀ ਹੈ। ਅੱਗੇ ਸਾਡਾ ਆ ਗਿਆ ਭਾਸ਼ਾ ਦੀਆਂ ਉਪਭਾਸ਼ਾਵਾਂ ਹੋ ਸਕਦੀਆਂ ਹਨ। ਹੁਣ ਦੇਖੋ ਇੱਕ ਭਾਸ਼ਾ ਹੈ, ਇੱਕ ਕੋਈ ਭੂਗੋਲਿਕ ਭੂ-ਭਾਗ ਹੈ, ਭੂ-ਖੰਡ ਹੈਗਾ, ਉਹਦੀ ਇੱਕ ਟਕਸਾਲੀ ਭਾਸ਼ਾ ਹੈ, ਇੱਕ ਮੇਨ ਭਾਸ਼ਾ ਹੈ, ਇੱਕ ਸਟੈਂਡਰਡ ਲੈਂਗੁਏਜ ਹੈਗੀ ਆ। ਉਸ ਤੋਂ ਛੁੱਟ ਵੀ ਇਲਾਕਾਈ ਬੋਲੀਆਂ ਹੁੰਦੀਆਂ ਨੇ ਭਾਸ਼ਾ ਦੀਆਂ ਕੁਛ। ਜਿਵੇਂ ਹੁਣ ਅਸੀਂ ਪੰਜਾਬ 'ਚ ਰਹਿੰਦੇ ਹਾਂ, ਤਾਂ ਪੰਜਾਬ 'ਚ ਹੁਣ ਜਿਵੇਂ ਅਸੀਂ ਬਠਿੰਡੇ ਦੇ ਵਿੱਚ ਇੱਥੇ ਰਹਿੰਦੇ ਹੈਗੇ ਹਾਂ, ਤਾਂ ਬੋਲਦੇ ਤਾਂ ਅਸੀਂ ਪੰਜਾਬੀ ਹਾਂ, ਪਰ ਪੰਜਾਬੀ ਦੀ ਇੱਕ ਵੰਨਗੀ ਬੋਲਦੇ ਹੈਗੇ ਹਾਂ ਜਿਹਨੂੰ ਮਲਵਈ ਆਖਿਆ ਜਾਂਦਾ ਹੈ। ਮਲਵਈ ਦੀ ਵੰਨਗੀ ਬੋਲਦੇ ਹਾਂ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ। ਜਿਹੜੇ ਬੰਦੇ ਹੁਣ ਅੰਮ੍ਰਿਤਸਰ ਏਰੀਏ 'ਚ ਰਹਿੰਦੇ ਨੇ ਜਾਂ ਗੁਰਦਾਸਪੁਰ 'ਚ ਰਹਿੰਦੇ ਨੇ ਉਹ ਮਾਝੀ ਬੋਲਦੇ ਨੇ, ਉਹਨਾਂ ਦੀ ਇਲਾਕਾਈ ਵੰਨਗੀ ਮਾਝੀ ਹੈਗੀ ਆ। ਜਿਹੜੇ ਬੰਦੇ ਇੱਧਰ ਆਪਣੇ ਦੂਜਾ ਜੀਂਦ ਦਾ ਇਲਾਕੇ ਦੇ ਵਿੱਚ ਰਹਿੰਦੇ ਨੇ, ਜਿਹੜੀ ਗੁੱਠ ਲੱਗਦੀ ਹੈਗੀ ਹਰਿਆਣੇ ਦੇ ਨਾਲ, ਜਾਂ ਰੋਪੜ ਦੇ ਇਲਾਕੇ ਦੇ ਵਿੱਚ ਰਹਿੰਦੇ ਨੇ, ਜਾਂ ਮਲੇਰਕੋਟਲੇ ਦੇ ਪਰਲੀ ਸਾਈਡ ਦੇ ਵਿੱਚ ਰਹਿੰਦੇ ਨੇ, ਉਹ ਪੁਆਧੀ ਬੋਲਦੇ ਨੇ। ਆਨੰਦਪੁਰ ਸਾਹਿਬ ਆ ਗਿਆ, ਫਗਵਾੜਾ ਆ ਗਿਆ, ਜਲੰਧਰ ਆ ਗਿਆ, ਇਹ ਬੰਦੇ ਸਾਰੇ ਦੁਆਬੀ ਬੋਲਦੇ ਨੇ। ਇਹ ਇਹਨਾਂ ਦੀ ਇਲਾਕਾਈ ਹਿਸਾਬ ਕਿਤਾਬ ਹੈਗਾ ਬੋਲੀ ਦਾ। ਇੱਕ ਇਲਾਕੇ ਦੀ ਵੱਖਰੀ ਬੋਲੀ ਹੈ ਜਿਹਨੂੰ ਉਪਭਾਸ਼ਾ ਆਖਿਆ ਜਾਂਦਾ। ਇੱਕ ਤਾਂ ਭਾਸ਼ਾ ਹੈ, ਇੱਕ ਉਹਦਾ ਇਲਾਕਾਈ ਰੂਪ ਹੈਗਾ, ਇੱਕ ਉਹਦਾ ਜਿਹੜਾ ਹੈਗਾ ਅਗਲਾ ਰੂਪ ਹੈ। ਭਾਵ ਕੀ ਆ ਵੀ ਜਿਹੜਾ ਇਲਾਕੇ 'ਤੇ ਡਿਪੈਂਡ ਕਰਦਾ ਹੈਗਾ ਉਹਨੂੰ ਉਪਭਾਸ਼ਾ ਕਹਿੰਦੇ ਨੇ। ਹੁਣ ਇੱਥੇ ਉਹਨੇ ਪੁੱਛਿਆ ਹੈਗਾ ਕਿ ਭਾਸ਼ਾ ਦੀਆਂ ਉਪਭਾਸ਼ਾਵਾਂ ਹੋ ਸਕਦੀਆਂ ਹਨ, 2 ਹੋ ਸਕਦੀਆਂ, 4 ਹੋ ਸਕਦੀਆਂ, 7 ਹੋ ਸਕਦੀਆਂ। ਹੁਣ ਇੱਥੇ ਇਹ ਤਾਂ ਸਾਨੂੰ ਪਤਾ ਹੈ ਵੀ ਹੁਣ ਇਲਾਕਾ ਖੌਰੇ ਕਿੱਡਾ ਕੁ ਵੱਡਾ ਹੈ। ਹੁਣ ਜੇ ਅਸੀਂ ਮਾਲਵੇ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਹੁਣ ਪੰਜਾਬ ਕਿੱਡਾ ਵੱਡਾ ਇਲਾਕਾ ਸੀਗਾ ਵੰਡ ਤੋਂ ਪਹਿਲਾਂ, ਅਤੇ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਉੱਥੇ ਗਿਣੀਆਂ ਮਿੱਥੀਆਂ ਥੋੜ੍ਹੋ ਸੀਗੀਆਂ ਵੀ ਇੰਨੀਆਂ ਹੀ ਬੋਲੀਆਂ ਹੋਣੀਆਂ। ਹੁਣ ਤੁਸੀਂ ਦੇਖੋਗੇ ਨਾ, ਜੇ ਡਾਕਟਰ ਹਰਜੀਤ ਸਿੰਘ ਗਿੱਲ ਵਾਲਾ ਐਟਲਸ ਆ, ਭਾਸ਼ਾਈ ਐਟਲਸ, ਉਹਦੇ ਵਿੱਚ ਡਾਕਟਰ ਹਰਜੀਤ ਸਿੰਘ ਗਿੱਲ ਨੇ 28 ਡਾਇਲੈਕਟ ਦੱਸੀਆਂ ਨੇ ਪੰਜਾਬੀ ਦੀਆਂ, ਮੇਨ ਡਾਇਲੈਕਟ ਦੱਸੀਆਂ ਨੇ ਉਹਨੇ 28। ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਦੀਆਂ ਅੱਗੇ ਸਬ ਡਾਇਲੈਕਟ ਬਣ ਜਾਂਦੀਆਂ ਨੇ। ਜਿਵੇਂ ਉਦਾਹਰਨ ਮਲਵਈ ਦੀ ਗੱਲ ਹੀ ਆਪਾਂ ਕਰ ਲਈਏ ਵੀ ਮਲਵਈ ਆ ਹੁਣ ਇੱਕ ਉਪਭਾਸ਼ਾ ਹੈ। ਹੁਣ ਮਲਵਈ ਦੇ ਵਿੱਚ ਫਰੀਦਕੋਟ ਦੇ ਬੰਦੇ ਹੋਰ ਤਰ੍ਹਾਂ ਦੀ ਬੋਲਦੇ ਨੇ, ਜਿਹੜੇ ਤੁਸੀਂ ਫਾਜ਼ਿਲਕਾ ਅਬੋਹਰ ਵਾਲੀ ਸਾਈਡ ਦੇ ਬੰਦੇ ਹੋਰ ਤਰ੍ਹਾਂ ਦੀ ਮਲਵਈ ਬੋਲਦੇ ਨੇ। ਜੇਕਰ ਤੁਸੀਂ ਧਰਮਕੋਟ ਤੋਂ ਫਿਰੋਜ਼ਪੁਰ ਨੂੰ ਦਰਿਆ ਸਤਲੁਜ ਦੇ ਨਾਲ ਦੀ ਇੱਕ ਗੁੱਠ ਹੈਗੀ ਆ, ਇੱਕ ਬੈਲਟ ਹੈਗੀ ਆ, ਤੁਸੀਂ ਉੱਥੇ ਜਾਓਗੇ ਉਹ ਹੋਰ ਤਰ੍ਹਾਂ ਦੀ ਮਲਵਈ ਬੋਲਦੇ ਨੇ।
ਬਠਿੰਡੇ ਵਾਲੇ ਬੰਦੇ ਨੇ, ਮੋਗੇ ਵਾਲੇ ਨੇ ਹੋਰ ਤਰ੍ਹਾਂ ਦੀ ਬੋਲਦੇ ਨੇ। ਫਿਰ ਇੱਧਰ ਚਲੇ ਜਾਓ ਤੁਸੀਂ, ਮਾਨਸਾ ਦੇ ਬੰਦੇ ਹੋਰ ਤਰ੍ਹਾਂ ਦੀ ਬੋਲਦੇ ਨੇ, ਮਲਵਈ ਲੁਧਿਆਣੇ ਵਾਲੇ ਹੋਰ ਤਰ੍ਹਾਂ ਦੀ ਬੋਲਦੇ ਨੇ। ਤਾਂ ਇਸ ਕਰਕੇ ਇੱਕ ਉਪਬੋਲੀ ਦੇ ਵਿੱਚ ਵੀ ਅੱਗੇ ਜਿਹੜੀਆਂ ਹੋਰ ਸਬ ਡਾਇਲੈਕਟ ਹੋ ਸਕਦੀਆਂ ਹਨ। ਤਾਂ ਇਸ ਕਰਕੇ ਇਹ ਸਾਰੀਆਂ ਧਾਰਨਾਵਾਂ ਨੇ ਜਿਹੜੀਆਂ ਇਹਦੀਆਂ A, B ਔਰ D ਇਹ ਰੱਦ ਹੁੰਦੀਆਂ ਨੇ, ਕਿਉਂਕਿ ਇੱਕ ਭਾਸ਼ਾ ਦੀਆਂ 1 ਜਾਂ 2 ਜਾਂ 10 ਜਾਂ 15 ਉਪਭਾਸ਼ਾਵਾਂ ਨਹੀਂ ਹੁੰਦੀਆਂ, ਉਹ ਅਨੇਕ ਹੁੰਦੀਆਂ ਹੈਗੀਆਂ ਨੇ। ਇੱਥੇ ਅਸੀਂ ਅਨੇਕ ਤੇ ਨਿਸ਼ਾਨੀ ਲਾਵਾਂਗੇ ਕਿ ਇਹਦੀਆਂ ਅਨੇਕ ਉਪਭਾਸ਼ਾਵਾਂ ਹੁੰਦੀਆਂ ਹੈ। ਅੱਗੇ ਫਿਰ ਆ ਗਿਆ ਭਾਸ਼ਾ ਵਿੱਚ ਪ੍ਰਾਥਮਿਕ ਹੈ। ਪ੍ਰਾਥਮਿਕ ਹੁੰਦਾ ਹੈ ਮੁੱਖ ਅਵਲ ਜਾਂ ਪਹਿਲਾ ਨੰਬਰ ਹੈਗਾ। ਹੁਣ ਇਹ ਕਹਿੰਦਾ ਵੀ ਸੰਕੇਤ ਦਾ ਹੈਗਾ, ਇਹਦੇ ਵਿੱਚ ਸੰਚਾਰ ਦਾ ਹੈਗਾ, ਧੁਨੀ ਦਾ ਹੈ ਜਾਂ ਉਚਾਰ ਦਾ ਹੈ। ਹੁਣ ਭਾਸ਼ਾ ਦੇ ਵਿੱਚ ਦੇਖੋ, ਜੇ ਤਾਂ ਭਾਸ਼ਾ ਦੀ ਬਣਤਰ ਦੀ ਗੱਲ ਕਰੀਏ, ਜੇ ਤਾਂ ਅਸੀਂ ਕਿਸੇ ਭਾਸ਼ਾ ਦੀ ਤੁਸੀਂ ਸਟਰਕਚਰ ਦੀ ਗੱਲ ਕਰੋਗੇ ਫਿਰ ਤਾਂ ਧੁਨੀ ਦਾ ਉਹਦੇ ਵਿੱਚ ਹੈਗਾ। ਜੇਕਰ ਭਾਸ਼ਾ ਦੇ ਸਟਰਕਚਰ ਦੀ ਗੱਲ ਕਰਦੇ ਹੈਗੇ ਆ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਧੁਨੀ ਦਾ ਹੈ। ਜਾਂ ਫਿਰ ਭਾਸ਼ਾ ਦਾ ਕਾਰਜ ਜਿਹੜਾ ਹੈਗਾ ਉਚਾਰ ਕਰਨਾ, ਉਚਾਰ ਕਰਨਾ ਵੀ ਕਾਰਜ ਪਹਿਲਾਂ ਨਹੀਂ ਹੈਗਾ। ਉਚਾਰ ਕੀ ਕਰੋਗੇ ਜੇ ਉਹਨੂੰ ਕਿਸੇ ਨੇ ਸੁਣਿਆ ਹੀ ਨਾ, ਉਹ ਕਾਹਦਾ ਕਾਰਜ ਹੈਗਾ, ਉਹ ਵੀ ਕੋਈ ਕਾਰਜ ਨਹੀਂ ਹੈ ਨਾ। ਫਿਰ ਉਹਦਾ ਸੰਕੇਤ ਹੈ। ਸੰਕੇਤ ਕਿਹਨੂੰ ਕਰੋਗੇ? ਮੰਨ ਕੇ ਚੱਲੋ ਕਿ ਮੈਂ ਇੱਥੇ ਇੱਕ ਕਲਾਸਰੂਮ ਦੇ ਵਿੱਚ ਖੜਾ, ਮੈਂ ਵੈਸੇ ਆਇਆ ਕਰੀ ਜਾ ਰਿਹਾ ਉੱਥੇ ਆ, ਤਾਂ ਸੰਕੇਤ ਕਿਹਨੂੰ ਕਰ ਰਿਹਾ? ਜੇਕਰ ਕੋਈ ਅੱਗੇ ਉਹਨੂੰ ਗ੍ਰਹਿਣ ਕਰਨ ਵਾਲਾ ਹੋਊਗਾ ਤਾਂ ਇੱਕ ਸੰਕੇਤ ਹੋਊਗਾ ਨਾ। ਜੇਕਰ ਉਚਾਰ ਮੈਂ ਤਾਂ ਹੀ ਕਰੂੰਗਾ ਨਾ ਕਿ ਤੁਸੀਂ ਮੈਨੂੰ ਗ੍ਰਹਿਣ ਕਰ ਰਹੇ ਹੋ, ਤਾਂ ਉਚਾਰ ਦਾ ਵੀ ਫੇਰ ਹੀ ਮਤਲਬ ਬਣਦਾ ਹੈ ਜੇ ਸੰਚਾਰ ਹੈ ਤਾਂ। ਜੇ ਸੰਚਾਰ ਨਹੀਂ ਤੇ ਉਚਾਰ ਦਾ ਤਾਂ ਲੈਣ ਦੇਣ ਹੀ ਕੋਈ ਖਤਮ ਹੋ ਜਾਂਦਾ ਹੈਗਾ। ਤਾਂ ਭਾਸ਼ਾ ਦਾ ਸਭ ਤੋਂ ਪ੍ਰਾਥਮਿਕ ਕਾਰਜ ਹੈਗਾ ਕਮਿਊਨੀਕੇਸ਼ਨ, ਸੰਚਾਰ। ਜੇ ਸੰਚਾਰ ਹੋਊਗਾ ਤੇ ਉਚਾਰ ਕਰਨਾ ਪਊਗਾ, ਅਦਰਵਾਈਜ਼ ਉਚਾਰ ਦਾ ਕੋਈ ਮਹੱਤਵ ਨਹੀਂ ਹੈਗਾ, ਨਾ ਕੋਈ ਸੰਕੇਤ ਦਾ ਮਹੱਤਵ ਹੈ। ਇਸ ਕਰਕੇ ਜਿਹੜੀਆਂ ਹੈਗੀਆਂ ਧੁਨੀ ਦਾ ਤੇ ਮਹੱਤਵ ਹੋਣਾ ਹੀ ਕਾਹਦਾ ਹੈ, ਕਿਉਂਕਿ ਇਹਦਾ ਤਾਂ ਸੰਬੰਧ ਹੀ ਸਟਰਕਚਰ ਦੇ ਨਾਲ ਹੈ। ਬਾਕੀ ਧੁਨੀ ਦੀ ਕੋਈ ਸਾਰਥਿਕਤਾ ਹੀ ਨਹੀਂ ਹੈ। ਜੇ ਹੁਣ ਮੈਂ ਕਹੀ ਜਾਵਾਂ ਆ ਊ ਏ ਈ ਓ, ਤਾਂ ਕੀ ਮਹੱਤਤਾ ਉਹਦੀ? ਠੀਕ ਹੈ, ਤੁਸੀਂ ਭਾਸ਼ਾ ਦੇ ਸਟਰਕਚਰ ਨੂੰ ਐਨਾਲਿਸਿਸ ਕਰਨ ਵੇਲੇ ਧੁਨੀ ਦੀ ਮਹੱਤਵ ਨੂੰ ਬਿਆਨ ਕਰ ਸਕਦੇ ਹੋ, ਉਹ ਵੱਖਰੀ ਗੱਲ ਹੈ। ਪਰ ਸਮਾਜ ਦੇ ਪੱਧਰ 'ਤੇ, ਪ੍ਰੈਕਟੀਕਲ ਪੱਧਰ 'ਤੇ ਤਾਂ ਮਹੱਤਵ ਖਤਮ ਹੈ ਧੁਨੀ ਦਾ, ਕੋਈ ਮਹੱਤਵ ਇਹਦਾ ਨਹੀਂ ਹੈਗਾ। ਇਸ ਕਰਕੇ ਸਾਡਾ ਜਿਹੜਾ ਸੰਕੇਤ ਵੀ ਗਲਤ ਹੈ, ਧੁਨੀ ਵੀ ਗਲਤ ਹੈ, ਉਚਾਰ ਵੀ ਗਲਤ ਹੈ। ਸਾਡਾ ਜਿਹੜਾ ਸਹੀ ਆਨਸਰ ਆਏਗਾ ਉਹ ਸੰਚਾਰ ਹੈ। ਭਾਸ਼ਾ ਨੇ ਸੰਚਾਰ ਕਰਨਾ ਹੈਗਾ, ਭਾਸ਼ਾ ਦਾ ਕੰਮ ਹੈਗਾ ਸੰਚਾਰ ਕਰਨਾ। ਉਚਾਰ, ਸੰਕੇਤ ਇਹ ਤੇ ਫਿਰ ਸੈਕੰਡਰੀ ਰਹਿ ਜਾਂਦੇ ਨੇ। ਪ੍ਰਾਇਮਰੀ ਗੱਲ ਕੀ ਹੈ? ਸੰਚਾਰ। ਉਚਾਰ ਤਾਂ ਹੀ ਕਰਾਂਗੇ ਨਾ ਜੇ ਸੰਚਾਰ ਹੋਊਗਾ ਤਾਂ, ਤੇ ਨਹੀਂ ਉਚਾਰ ਦਾ ਕੀ ਇਕੱਲੇ ਦਾ ਲੈਣ ਦੇਣ ਹੋ ਜਾਣਾ ਹੈਗਾ। ਫਿਰ ਸਾਡੇ ਕੋਲ ਆ ਗਿਆ ਹੈਗਾ ਜੀ ਨੰਬਰ 5, ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ। ਤੁਸੀਂ ਭਾਸ਼ਾ ਕਿੱਥੋਂ ਸਿੱਖਦੇ ਹੋ? ਸਾਡੇ ਕੋਲ 4 ਆਪਸ਼ਨਸ ਨੇ, ਸੱਭਿਆਚਾਰ ਵਿੱਚੋਂ, ਪਰਿਵਾਰ ਵਿੱਚੋਂ, ਪੁਸਤਕਾਂ ਵਿੱਚੋਂ। ਹੁਣ ਦੇਖੋ, ਹੁਣ ਸੱਭਿਆਚਾਰ ਜਿਹੜਾ ਹੈਗਾ, ਹੁਣ ਬੱਚਾ ਜਨਮ ਤੋਂ ਤਾਂ ਸੱਭਿਆਚਾਰ ਦੇ ਨਾਲ ਉਹਦਾ ਲੈਣ ਦੇਣ ਕੋਈ ਹੁੰਦਾ ਨਹੀਂ। ਬੱਚਾ ਜਨਮ ਲੈਂਦਾ ਇੱਕ ਪਰਿਵਾਰ ਦੇ ਵਿੱਚ, ਉੱਥੇ ਰਹਿੰਦਾ, ਸਾਥੀਆਂ ਨਾਲ ਖੇਡਦਾ ਹੈ, ਆਪਦੇ ਸਾਹਿਤ ਕਰਮੀਆਂ ਨਾਲ, ਸਹਿਪਾਠੀਆਂ ਨਾਲ ਵਿਚਰਦਾ ਹੈ। ਉਦੋਂ ਤੱਕ ਉਹਨੂੰ ਸੱਭਿਆਚਾਰ ਦੇ ਲੈਣ ਦੇਣ ਦਾ ਹੀ ਨਹੀਂ ਪਤਾ ਹੁੰਦਾ ਕਿ ਸੱਭਿਆਚਾਰ ਕਿਹੜੀ ਬਲਾ ਦਾ ਨਾਂ ਹੈ। ਇਸ ਕਰਕੇ ਇਹ ਵੀ ਧਾਰਨਾ ਰੱਦ ਹੈ, ਪਰ ਸੱਭਿਆਚਾਰ ਦਾ ਲੈਣ ਦੇਣ ਨਹੀਂ ਹੈਗਾ ਇੱਥੇ। ਫਿਰ ਕੀ ਹੈਗਾ? ਪਰਿਵਾਰ ਵਿੱਚੋਂ ਕਹਿੰਦਾ ਹੈਗਾ। ਹੁਣ ਪਰਿਵਾਰ ਜਿਹੜਾ ਹੈਗਾ, ਪਰਿਵਾਰ ਸਮਾਜ ਦਾ ਹੀ ਹਿੱਸਾ ਹੈ। ਪਰਿਵਾਰ ਕੋਈ ਵੱਖਰੀ ਇਕਾਈ ਨਹੀਂ ਹੈਗੀ, ਇੱਕ ਸਮਾਜ ਇਕਾਈ ਹੈ, ਉਹਦਾ ਹਿੱਸਾ ਪਰਿਵਾਰ ਹੈ। ਤੋ ਪਰਿਵਾਰ ਠੀਕ ਹੈ, ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਭਾਸ਼ਾ ਮਨੁੱਖ ਆਪਣੇ ਮਾਪਿਆਂ ਕੋਲੋਂ ਸਿੱਖਦਾ ਹੈਗਾ। ਆਪਣੇ ਪਹਿਲੀ ਜਿਹੜੀ ਉਹਦੀ ਮਾਂ ਬੋਲੀ ਹੈਗੀ ਹੈ, ਜਾਂ ਆਪਣੇ ਉਹਨੂੰ ਗੁੜਤੀ ਹੈਗੀ ਹੈ, ਜਿਹੜੀ ਉਹਦੀ ਸੀਰੀ ਜ਼ੁਬਾਨ ਦੀ ਗੁੜਤੀ ਹੈਗੀ ਹੈ, ਉਹਦੇ ਆਪਣੇ ਪਰਿਵਾਰ 'ਚੋਂ ਮਿਲਦੀ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਪਰਿਵਾਰ ਤੋਂ ਅੱਗੇ ਜਿਹੜਾ ਸਮਾਜ ਹੈ, ਤੋ ਪਰਿਵਾਰ ਦਾ ਵੀ ਇੱਥੇ ਸਾਡੀ ਧਾਰਨਾ ਜਿਹੜੀ ਹੈਗੀ ਆ ਉਹ ਗਲਤ ਹੋ ਜਾਂਦੀ ਹੈਗੀ ਆ। ਪਰਿਵਾਰ ਵਿੱਚੋਂ ਜਿਹੜੀ ਹੈਗੀ ਹੈ ਭਾਸ਼ਾ, ਠੀਕ ਹੈ, ਪਰਿਵਾਰ ਦੇ ਮਾਧਿਅਮ ਰਾਹੀਂ ਗ੍ਰਹਿਣ ਕੀਤੀ ਜਾਂਦੀ, ਪਰ ਮਾਧਿਅਮ ਦਾ ਤਾਂ ਪਿੱਛੇ ਤਾਂ ਕੋਈ ਹੋਰ ਹੀ ਕਾਰਜ ਕਰ ਰਿਹਾ ਹੁੰਦਾ ਉੱਥੇ। ਤੋ ਪਰਿਵਾਰ ਤੇ ਜਸਟ ਇੱਕ ਮੂਹਰੇ ਉਹਦੇ ਪਰਿਵਾਰ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲਾ ਇੱਥੇ ਜਿਹੜਾ ਕਨਸੈਪਟ ਬਣਦਾ ਹੈਗਾ, ਪਰਿਵਾਰ ਦੇ ਰਾਹੀਂ ਉਹ ਚੀਜ਼ ਮਿਲ ਰਹੀ ਹੁੰਦੀ ਹੈ ਉਹਨੂੰ ਕਿਸੇ ਹੋਰ ਵੱਲੋਂ। ਤੋ ਅੱਗੇ ਜਾ ਕਰਕੇ ਜਿਹੜਾ ਹੈਗਾ ਪੁਸਤਕਾਂ ਵਿੱਚੋਂ, ਇਹ ਵੀ ਗਲਤ ਹੈ। ਪੁਸਤਕਾਂ ਵਿੱਚੋਂ ਭਾਸ਼ਾ ਗ੍ਰਹਿਣ ਹੀ ਨਹੀਂ ਕੀਤੀ ਜਾਂਦੀ। ਹੁਣ ਜੇ ਮੈਂ ਤੁਹਾਨੂੰ ਕਹਾਂ ਜੀ, ਤੁਹਾਨੂੰ ਮੈਂ ਇੱਥੇ ਅਰਬੀ ਦੀ ਕਿਤਾਬ ਰੱਖ ਦਿੰਦਾ, ਲਓ ਸਿੱਖ ਲਓ, ਕਿੱਥੇ ਸਿੱਖ ਲਓਗੇ? ਕਿੱਥੋਂ ਗ੍ਰਹਿਣ ਹੋ ਜੂਗੀ? ਅੰਗਰੇਜ਼ੀ ਦਾ ਨਾਵਲ ਰੱਖ ਦਿੰਦਾ ਜੀ, ਪੜ੍ਹ ਲਓ, ਨਹੀਂ ਪੜ੍ਹਿਆ ਜਾਣਾ। ਕਿੱਥੋਂ ਪੜ੍ਹ ਲਾਂਗੇ ਅਸੀਂ? ਬੇਸ਼ੱਕ ਸਿੱਖ ਕਿਵੇਂ ਲਵਾਂਗੇ? ਸਿੱਖਾਂਗੇ ਵੀ ਤਾਂ ਹੀ ਨਾ ਜੇ ਕੋਈ ਸਿਖਾਉਣ ਵਾਲਾ ਹੋਊ, ਕੋਈ ਸੰਬੰਧਿਤ ਸਮਾਜ ਦਾ ਬੰਦਾ ਹੋਊ ਉਹਨਾਂ ਦੇ ਦਾ, ਫੇਰ ਹੀ ਸਿੱਖ ਪਾਵਾਂਗੇ। ਤਾਂ ਇਹ ਵੀ ਧਾਰਨਾ ਗਲਤ ਹੈ। ਤਾਂ ਸਾਡੀ ਜਿਹੜੀ ਇੱਥੇ ਜਿਹੜਾ ਹੈਗਾ
ਉਹ ਸਾਡੀ ਧਾਰਨਾ ਇਹ ਹੈ ਕਿ ਭਾਸ਼ਾ ਸਮਾਜ ਵਿੱਚੋਂ ਸਿੱਖੀ ਜਾਂਦੀ ਹੈ। ਤੁਹਾਡਾ ਸਮਾਜ ਹੈਗਾ ਜਿਹੜਾ ਉਹ ਭਾਸ਼ਾ ਨੂੰ ਤੁਹਾਡੇ ਤੱਕ ਜਿਹੜਾ ਹੈਗਾ ਪਹੁੰਚਾਉਂਦਾ ਹੈ। ਤਾਂ ਅਦਰਵਾਈਜ਼ ਠੀਕ ਹੈ, ਪਰਿਵਾਰ ਵੀ ਸਮਾਜ ਦਾ ਹੀ ਇੱਕ ਹਿੱਸਾ ਹੁੰਦਾ, ਪਰ ਮੂਲ ਸਮਾਜ ਹੈ। ਜੇ ਸਮਾਜ ਹੈ ਤੇ ਪਰਿਵਾਰ ਹੈ, ਜੇ ਸਮਾਜ ਨਹੀਂ ਤੇ ਪਰਿਵਾਰ ਦਾ ਉੱਥੇ ਕੋਈ ਲੈਣ ਦੇਣ ਨਹੀਂ ਹੈਗਾ। ਸੋ ਇਸ ਕਰਕੇ ਭਾਸ਼ਾ ਇੱਕ ਸਮਾਜ ਦੀ, ਇੱਕ ਸੁਸਾਇਟੀ ਦੀ ਧਰੋਹਰ ਹੈਗੀ ਹੈ। ਸੁਸਾਇਟੀ ਦੇ ਵਿੱਚੋਂ ਮਨੁੱਖ ਜਿਹੜਾ ਹੈਗਾ ਉਹ ਭਾਸ਼ਾ ਨੂੰ ਸਿੱਖਦਾ ਹੈਗਾ। ਤੋ ਅਗਲਾ ਸਾਡਾ ਜਿਹੜਾ ਕੁਐਸਚਨ ਹੈ ਉਹ ਹੈ ਭਾਸ਼ਾ। ਉਹ ਪੁੱਛਦਾ ਹੈਗਾ ਕਿ ਭਾਸ਼ਾ ਕੀ ਹੈ। ਭਾਸ਼ਾ ਅਰਥ ਪ੍ਰਬੰਧ ਹੈ, ਰੂਪੀਮ ਹੈ, ਅੱਖਰ ਹੈ, ਚਿੰਨ੍ਹ ਹੈ। ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਅਸੀਂ ਦੇਖਣਾ ਹੈਗਾ ਕਿ ਭਾਸ਼ਾ ਦਾ ਕਾਰਜ ਕੀ ਹੈਗਾ। ਭਾਸ਼ਾ ਕੀ ਕਾਰਜ ਕਰਦੀ ਹੈਗੀ ਇੱਥੇ, ਭਾਸ਼ਾ ਦਾ ਲੈਣ ਦੇਣ ਕਾਹਦੇ ਨਾਲ ਹੈ। ਤੋ ਅਸੀਂ ਪਹਿਲਾਂ ਤਾਂ ਮੁੱਢ ਤੋਂ ਜਿਹੜੇ ਉੱਪਰਲੇ ਸਵਾਲ ਪੜ੍ਹੇ ਨੇ, ਇੱਥੇ ਅਸੀਂ ਇਹੀ ਕਿਹਾ ਕਿ ਭਾਸ਼ਾ ਦਾ ਜਿਹੜਾ ਕਾਰਜ ਹੈ ਉਹ ਸੰਚਾਰ ਕਰਨਾ ਹੈ, ਕਮਿਊਨੀਕੇਸ਼ਨ ਹੈ, ਸੰਚਾਰ ਮਾਧਿਅਮ ਹੈਗਾ। ਤੋ ਸੰਚਾਰ ਕਾਹਦਾ ਹੋਊਗਾ? ਭਾਸ਼ਾ ਦੇ ਚਿੰਨ੍ਹਾਂ ਦਾ ਸੰਚਾਰ ਹੋਊਗਾ। ਭਾਸ਼ਾ ਚਿੰਨ੍ਹਾਂ ਦੀ ਲੜੀ ਹੈ। ਸਸਿਊਰ ਨੇ ਕਿਹਾ ਕਿ ਭਾਸ਼ਾ ਚਿੰਨ੍ਹ ਪ੍ਰਬੰਧ ਹੈ। ਹੁਣ ਤੁਹਾਡੇ ਸਮਾਜ ਦੀ ਭਾਸ਼ਾ ਦੇ ਚਿੰਨ੍ਹ ਤੁਸੀਂ ਗ੍ਰਹਿਣ ਕਰੋਗੇ। ਹੁਣ ਠੀਕ ਹੈ ਕਿ ਇੱਕ ਭਾਸ਼ਾ ਵਾਸਤੇ ਚਿੰਨ੍ਹ ਵਰਤ ਲਿਆ ਜੀ, ਇੱਕ ਚਿੰਨ੍ਹ ਵਰਤ ਲਿਆ। ਮੰਨ ਕੇ ਚੱਲੋ ਕਿ ਸਾਡੇ ਸਮਾਜ ਦੇ ਵਿੱਚ ਆ ਇੱਕ ਪੈਨ ਹੈ, ਅਸੀਂ ਉਹਨੂੰ ਪੈਨ ਕਹਿੰਦੇ ਹਾਂ, ਉਰਦੂ ਵਾਲੇ ਉਹਨੂੰ ਕਲਮ ਕਹਿੰਦੇ ਨੇ, ਉਹਨਾਂ ਨੇ ਉਹਨੂੰ ਕਲਮ ਦਾ ਚਿੰਨ੍ਹ ਵਰਤ ਲਿਆ। ਸਾਡੀ ਭਾਸ਼ਾ ਦੇ ਵਿੱਚ ਹੁਣ ਜੇ ਕਲਮ ਕਹਿ ਦਿੰਦੇ ਆ ਤਾਂ ਕਲਮ ਉਹ ਹੈ ਜਿਹੜੀ ਘੜੀ ਹੁੰਦੀ ਹੈ, ਮੂਹਰੋਂ ਸ਼ਾਹੀ ਨਾਲ ਡਬੋਈ ਜਾਂਦੀ ਹੈ, ਫਿਰ ਲਿਖਿਆ ਜਾਂਦਾ। ਸਾਡੇ ਕੋਲ ਉਹ ਕਲਮ ਹੈਗੀ ਹੈ, ਪਰ ਉਰਦੂ ਵਾਲੇ ਪੈਨ ਨੂੰ ਹੀ ਕਲਮ ਕਹਿੰਦੇ ਨੇ। ਤਾਂ ਇਸ ਕਰਕੇ ਇੱਕ ਚਿੰਨ੍ਹ ਹੈ, ਇੱਕ ਚਿੰਨ੍ਹ ਪ੍ਰਬੰਧ ਹੈ, ਭਾਸ਼ਾ ਹੈ, ਚਿੰਨ੍ਹਾਂ ਦਾ ਸਿਸਟਮ ਹੈ। ਹੁਣ ਉਦਾਹਰਨ ਲੈ ਲਓ, ਸਾਡੇ ਸਮਾਜ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਉਹ ਕੁੱਤਾ ਜਾ ਰਿਹਾ ਹੈ। ਹੁਣ ਉਸੇ ਵੇਲੇ ਫੱਟ ਸਾਨੂੰ ਉਹ ਚਿੰਨ੍ਹ ਸਾਡੇ ਸਾਹਮਣੇ ਆ ਜਾਣਗੇ। ਹਾਲਾਂਕਿ 4 ਲੱਤਾਂ ਤੇ ਹੁਣ ਦੇਖਿਆ ਜਾਵੇ ਤੇ ਬੱਕਰੀ ਦੇ ਵੀ ਹੁੰਦੀਆਂ ਨੇ, ਬੱਕਰੇ ਦੇ ਵੀ ਹੁੰਦੀਆਂ ਨੇ, ਅਸੀਂ ਉਹਨੂੰ ਕੁੱਤਾ ਕਿਉਂ ਨਹੀਂ ਕਹਿ ਦਿੰਦੇ? ਕੀ ਰੀਜ਼ਨ ਹੈਗਾ ਕਿ ਉਹਨੂੰ ਅਸੀਂ ਕੁੱਤਾ ਨਹੀਂ ਕਹਿੰਦੇ? ਪਰ ਉਹ ਚਿੰਨ੍ਹ ਨਹੀਂ ਭਾਸ਼ਾ ਦਾ, ਸੰਬੰਧਿਤ ਭਾਸ਼ਾ ਦਾ ਉਹ ਚਿੰਨ੍ਹ ਨਹੀਂ ਹੈਗਾ। ਤੁਹਾਡੀ ਭਾਸ਼ਾ ਦਾ ਚਿੰਨ੍ਹ ਕੀ? ਕੁੱਤਾ। ਕੀ ਚਿੰਨ੍ਹ ਉਹਦਾ? ਉਹਦੇ ਇੱਕ ਪੂਛ ਹੈ ਜੀ, ਉਹਦੇ ਨੌਂਦਰਾਂ ਨੇ, ਉਹ ਦੰਦ ਮਾਰਦਾ ਹੈਗਾ, ਭੌਂਕਦਾ ਹੈ, ਵੱਢਦਾ, ਤਾਂ ਉਹਦੇ ਚਿੰਨ੍ਹ ਨੇ। ਉਹ ਚਿੰਨ੍ਹ ਹੀ ਜਿਹੜੇ ਹੈਗੇ ਨੇ ਉਸ ਕੁੱਤੇ ਨੂੰ ਕੁੱਤਾ ਬਣਾਉਂਦੇ ਨੇ। ਉਹ ਤੁਹਾਡੀ ਸੰਬੰਧਿਤ ਭਾਸ਼ਾ ਦੇ ਚਿੰਨ੍ਹ ਨੇ। ਪਰ ਜੇਕਰ ਹੁਣ ਮੈਂ ਕਹਿ ਦਿਆਂ ਕਿ ਇੱਥੇ ਉਹ ਸਵਾਨ ਜਾ ਰਿਹਾ ਹੈ, ਉਹ ਜਿਹੜਾ ਕੁੱਕਰ ਜਾ ਰਿਹਾ ਹੈ, ਤਾਂ ਤੁਸੀਂ ਨਹੀਂ ਸਮਝ ਪਾਓਗੇ, ਕਿਉਂਕਿ ਉਹ ਤੁਹਾਡੇ ਸਮਾਜ ਦੀ ਭਾਸ਼ਾ ਦਾ ਚਿੰਨ੍ਹ ਨਹੀਂ ਹੈਗਾ। ਇਸ ਕਰਕੇ ਉਹ ਦੂਜੇ ਸਮਾਜ ਦੀ ਭਾਸ਼ਾ ਦਾ ਚਿੰਨ੍ਹ ਹੈ। ਤੇ ਭਾਸ਼ਾ ਦੇ ਉਹਨਾਂ ਚਿੰਨ੍ਹਾਂ ਨੂੰ ਤੁਸੀਂ ਗ੍ਰਹਿਣ ਕਰਦੇ ਹੋ ਜਿਹੜੇ ਕਿ ਤੁਹਾਡੇ ਸਮਾਜ ਦੀ ਭਾਸ਼ਾ ਦੇ ਚਿੰਨ੍ਹ ਹੁੰਦੇ ਹੈਗੇ ਨੇ। ਤੁਹਾਡੀ ਸਮਾਜ ਦੀ ਭਾਸ਼ਾ ਦੇ ਚਿੰਨ੍ਹ ਜਿਹੜੇ ਹੁੰਦੇ ਨੇ ਉਹਨਾਂ ਨੂੰ ਹੀ ਤੁਸੀਂ ਗ੍ਰਹਿਣ ਕਰਦੇ ਹੋ, ਅਦਰਵਾਈਜ਼ ਦੂਜੀ ਭਾਸ਼ਾ ਦੇ ਚਿੰਨ੍ਹਾਂ ਨੂੰ ਗ੍ਰਹਿਣ ਨਹੀਂ ਕੀਤਾ ਜਾਂਦਾ। ਤਾਂ ਇਸ ਕਰਕੇ ਜਿਹੜਾ ਸਭ ਤੋਂ ਪ੍ਰਥਮ ਹੈਗਾ ਜਿਹੜਾ ਉਹ ਹੈ ਭਾਸ਼ਾ ਚਿੰਨ੍ਹ ਪ੍ਰਬੰਧ ਹੈ। ਅਰਥ ਪ੍ਰਬੰਧ ਵੀ ਦੁਜੈਲਾ ਹੈਗਾ, ਅਰਥ ਦਾ ਵੀ ਲੈਣ ਦੇਣ ਨਹੀਂ, ਰੂਪੀਮ ਦਾ ਵੀ ਇਹਦੇ ਨਾਲ ਲੈਣ ਦੇਣ ਨਹੀਂ, ਕਿਉਂਕਿ ਰੂਪੀਮ ਭਾਸ਼ਾ ਦਾ ਜਿਹੜੀ ਹੈਗੇ ਅੱਗੇ ਉਹਦੀ ਭਾਸ਼ਾ ਦੀ ਜਿਹੜੀ ਲਿਖਤ ਹੈਗੀ ਹੈ, ਸ਼ਬਦ ਬਣਤਰ ਹੈਗੀ ਆ, ਉਹਦੇ ਛੋਟੇ ਛੋਟੇ ਟੋਟਿਆਂ ਵਿੱਚ ਉਹਨੂੰ ਸਾਰਥਿਕ ਟੋਟਿਆਂ 'ਚ ਤੋੜ ਕੇ ਐਨਾਲਿਸਿਸ ਕਰਨ ਦੀ ਵਿਧੀ ਨੂੰ ਆਖਿਆ ਜਾਂਦਾ ਹੈਗਾ। ਤੇ ਅੱਖਰ ਪ੍ਰਬੰਧ ਵੀ ਦੁਜੈਲਾ ਰੂਪ ਹੈਗਾ, ਇਹਦਾ ਮੁੱਖ ਰੂਪ ਨਹੀਂ ਹੈ। ਇਸ ਕਰਕੇ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ, ਸਾਰਿਆਂ ਦੇ ਵਿੱਚੋਂ ਜਿਹੜਾ ਹੈਗਾ ਉਹ ਸਹੀ ਆਊਗਾ ਭਾਸ਼ਾ ਚਿੰਨ੍ਹ ਪ੍ਰਬੰਧ ਹੈ। ਅੱਗੇ ਆ ਗਿਆ ਅਰਥ ਉਤਕਰਸ਼ ਹੈ। ਉਤਕਰਸ਼ ਦਾ ਅਰਥ ਹੁੰਦਾ ਅਰਥ ਨੇ ਉੱਚੇ ਪਾਸੇ ਨੂੰ ਚਲੇ ਜਾਣਾ, ਅਰਥ ਦਾ ਬਦਲ ਜਾਣਾ। ਅਰਥ ਇੱਕ ਭਾਵਨਾ ਮੰਦੀ ਭਾਵਨਾ ਤੋਂ ਟੁੱਟ ਕੇ ਚੰਗੀ ਭਾਵਨਾ ਵਾਲੇ ਪਾਸੇ ਨੂੰ ਚਲੇ ਜਾਣਾ। ਤੋ ਇੱਥੇ ਸਾਡੇ ਕੋਲੇ ਜਿਹੜਾ ਹੈਗਾ 4 ਆਪਸ਼ਨਸ ਨੇ। ਉਹ ਕਹਿੰਦਾ ਕਿ ਅਰਥ ਪਰਿਵਰਤਨ ਦੀ ਦਿਸ਼ਾ। ਹੁਣ ਅਰਥ ਉਤਕਰਸ਼ ਹੁੰਦਾ ਅਰਥ ਦੇ ਵਿੱਚ ਪਰਿਵਰਤਨ ਹੋ ਜਾਣਾ, ਅਰਥ ਬਦਲ ਜਾਣਾ। ਮੰਨ ਕੇ ਚੱਲੋ ਕਿ ਅਰਥ ਹੁਣ ਇੱਕ ਸ਼ਬਦ ਮੁਗਧ ਹੈਗਾ। ਹੁਣ ਮੁਗਧ ਸ਼ਬਦ ਜਿਹੜਾ ਹੁੰਦਾ ਮੂਲ ਰੂਪ ਦੇ ਵਿੱਚ ਜਿਹੜਾ ਹੈਗਾ ਮੁਗਧ ਮੂਰਖ ਨੂੰ ਆਖਿਆ ਜਾਂਦਾ ਹੈ। ਜੋ ਮੂਰਖ ਹੈ, ਮੁਗਧ ਹੈ, ਬੇਵਕੂਫ ਹੈ, ਜਿਹਨੂੰ ਪਤਾ ਨਹੀਂ ਹੈ। ਤੋ ਉਹਦਾ ਅਰਥ ਬਦਲਿਆ ਕਿਹੜੇ ਢੰਗ ਨਾਲ? ਹੁਣ ਤੁਸੀਂ ਸੁਣਿਆ ਹੋਣਾ ਕਿ ਇਹੋ ਜਿਹਾ ਸੰਗੀਤ ਸੁਣਿਆ ਜੀ ਅਸੀਂ, ਇਹੋ ਜਿਹੀ ਗੁਰਬਾਣੀ ਸੁਣੀ, ਇਹੋ ਜਿਹਾ ਜਿਹੜਾ ਹੈਗਾ ਉਹ ਹੌਲੀ ਬੁੱਕ ਪੜ੍ਹੀ ਕਿ ਬੰਦਾ ਮੰਤਰ ਮੁਗਧ ਹੋ ਗਿਆ। ਹੁਣ ਇੱਕ ਪਾਸੇ ਤੇ ਮੁਗਧ ਦਾ ਅਰਥ ਮੂਰਖ ਸੀ, ਨੀਵਾਂ ਅਰਥ ਸੀ, ਪਰ ਅਰਥ ਉਹ ਨੀਵੇਂ ਪਾਸੇ ਤੋਂ ਉੱਚੇ ਪਾਸੇ ਨੂੰ ਉਤਕਰਸ਼ ਵਾਲੇ ਪਾਸੇ ਨੂੰ ਚਲਿਆ ਗਿਆ। ਉਹ ਕੀ ਹੋ ਗਿਆ? ਅਰਥ ਦਾ ਪਰਿਵਰਤਨ ਹੋ ਗਿਆ। ਤੋ ਇਸੇ ਜਿਹੜਾ ਸਾਡਾ ਆਨਸਰ ਜਿਹੜਾ ਹੈਗਾ ਉਹ ਅਰਥ ਆਏਗਾ ਜੀ ਅਰਥ ਪਰਿਵਰਤਨ ਦੀ ਦਿਸ਼ਾ। ਰੂਪ ਪਰਿਵਰਤਨ ਦੀ ਦਿਸ਼ਾ ਨਹੀਂ ਹੈ। ਰੂਪ ਦਾ ਸੰਬੰਧ ਜਿਹੜਾ ਹੁੰਦਾ ਉਹ ਸ਼ਬਦਾਂ ਦੇ ਸਟਰਕਚਰ ਨਾਲ ਹੁੰਦਾ, ਸ਼ਬਦਾਂ ਦੀ ਬਣਤਰ ਨਾਲ ਹੁੰਦਾ। ਉਹਦੇ ਵਿੱਚ ਧਾਤੂ ਹੈ, ਉਹਦੇ 'ਚ ਮੁਲਾਂਸ਼ ਹੈ, ਉਹਦੇ ਵਿੱਚ ਅਗੇਤਰ ਹੈ, ਪਿਛੇਤਰ ਹੈ, ਵਿਭਕਤੀ ਹੈ। ਤੋ ਇਹਦਾ ਸੰਬੰਧ ਤੇ ਅਰਥ ਨਾਲ ਹੈ ਹੀ ਕੋਈ ਨਹੀਂ, ਇਹ ਤਾਂ ਸ਼ਬਦਾਂ ਦੀ ਬਣਤਰ ਨਾਲ ਹੈ। ਉਦੋਂ ਬਾਅਦ ਦੇ ਵਿੱਚ ਧੁਨੀ ਆ ਗਿਆ। ਧੁਨੀ ਦਾ ਵੀ ਅਰਥ ਦੇ ਨਾਲ ਲੈਣ ਦੇਣ ਕੋਈ ਨਹੀਂ ਹੈਗਾ।
ਧੁਨੀ ਤੇ ਇੱਕ ਸਾਊਂਡ ਹੈ, ਇੱਕ ਜਸਟ ਆਵਾਜ਼ ਹੈ, ਉਹਦੇ ਨਾਲ ਅਰਥ ਦਾ ਲੈਣ ਦੇਣ ਕੋਈ ਨਹੀਂ। ਤੋ ਫਿਰ ਵਾਕ ਪਰਿਵਰਤਨ, ਨਾ ਵਾਕ ਦੇ ਨਾਲ ਅਰਥ ਦਾ ਕੋਈ ਪਰਿਵਰਤਨ ਹੈਗਾ, ਕਿਉਂਕਿ ਵਾਕ ਵੀ ਇੱਕ ਭਾਸ਼ਾ ਦਾ ਵੱਡਾ ਜੁੱਜ ਹੈ, ਪੂਰੀਆਂ ਸਮੂਹਿਕ ਇਕਾਈਆਂ ਉਹਦੇ ਅੰਤਰਗਤ ਕੰਮ ਕਰਦੀਆਂ ਨੇ। ਉਹ ਪੱਧਰ ਸਿੰਟੈਕਸ ਦਾ ਹੈਗਾ, ਉਹ ਸਿਮੈਂਟਿਕਸ ਦਾ ਪੱਧਰ ਨਹੀਂ। ਜਿਹੜਾ ਰੂਪ ਦਾ ਪੱਧਰ ਦੀ ਅਧਿਐਨ ਕਰਦਾ ਉਹਨੂੰ ਬੋਲਿਆ ਜਾਂਦਾ ਮਾਰਫੋਲੋਜੀ, ਜਿਹੜਾ ਸਾਊਂਡ ਦਾ ਐਨਾਲਿਸਿਸ ਕਰਦਾ ਉਹਨੂੰ ਬੋਲਿਆ ਜਾਂਦਾ ਫੋਨੈਟਿਕਸ, ਔਰ ਜਿਹੜਾ ਵਾਕ ਦਾ ਅਧਿਐਨ ਕਰਦਾ ਉਹ ਹੈ ਜਿਹੜਾ ਸਿੰਟੈਕਸ। ਤਾਂ ਸਾਡਾ ਜਿਹੜਾ ਸੰਬੰਧ ਹੈ ਉਹ ਹੈ ਸਿਮੈਂਟਿਕਸ ਦੇ ਨਾਲ, ਅਰਥ ਵਿਗਿਆਨ ਦੇ ਨਾਲ। ਇਹ ਅਰਥ ਵਿਗਿਆਨ ਦੀ ਟਰਮ ਹੈਗੀ ਆ। ਤੋ ਅੱਗੇ ਆ ਗਿਆ, ਭਾਰਤ ਦੀ ਸਭ ਤੋਂ ਪ੍ਰਾਚੀਨ ਲਿਪੀ ਕਿਹੜੀ ਹੈ ਉਹ ਪੁੱਛਦਾ ਹੈਗਾ। ਹੁਣ ਇਹਦੇ ਵਿੱਚ ਆ ਗਿਆ ਬ੍ਰਹਮੀ, ਖਰੋਸ਼ਟੀ, ਸ਼ਾਰਦਾ, ਟਾਕਰੀ। ਹੁਣ ਜਿਹੜੀਆਂ ਮੂਲ ਰੂਪ ਦੇ ਵਿੱਚ ਭਾਰਤੀ ਪਰੰਪਰਾ ਹੈਗੀ ਆ, ਜਦੋਂ ਤੁਸੀਂ ਵਿਆਕਰਨ ਪਰੰਪਰਾ ਵੀ ਪੜ੍ਹੋਗੇ ਨਾ, ਭਾਰਤ ਦੀ ਜਿਹੜੀ ਹੈਗੀ ਵਿਆਕਰਨ ਪਰੰਪਰਾ, ਸੰਸਕ੍ਰਿਤ ਵਿਆਕਰਨ ਪਰੰਪਰਾ, ਉਹਦੇ ਵਿੱਚ ਨਾ ਦੋ ਪਰੰਪਰਾਵਾਂ ਕੰਮ ਕਰਦੀਆਂ ਨੇ ਮੂਲ ਰੂਪ ਦੇ ਵਿੱਚ। ਉਹਦੇ ਵਿੱਚ ਇੱਕ ਤਾਂ ਹੈਗੀ ਆ ਮਹੇਸ਼ਵਰ ਵਿਆਕਰਨ ਪਰੰਪਰਾ, ਔਰ ਦੂਜੀ ਹੈਗੀ ਆ ਇੰਦਰ ਦੀ ਵਿਆਕਰਨ ਪਰੰਪਰਾ। ਜਿਹੜੀ ਮਹੇਸ਼ਵਰ ਦੀ ਵਿਆਕਰਨ ਪਰੰਪਰਾ ਹੈਗੀ ਆ, ਉਹਦੇ ਵਿੱਚ ਕਿਆ ਮੰਨਿਆ ਜਾਂਦਾ ਹੈ ਕਿ ਸ਼ਿਵ ਜੀ ਭਗਵਾਨ ਦੀ ਕਿਰਪਾ ਦੇ ਨਾਲ ਜਿਹੜਾ ਸੀਗਾ ਉਸ ਵਿਆਕਰਨ ਦੀ ਪਰੰਪਰਾ ਦਾ ਆਗਾਜ਼ ਹੋਇਆ। ਸ਼ਿਵ ਜੀ ਨੇ ਆਪਣੀ ਕਿਰਪਾ ਨਾਲ 14 ਮਹੇਸ਼ਵਰ ਸੂਤਰ ਆਚਾਰੀਆ ਪਾਣਨੀ ਨੂੰ ਦਿੱਤੇ। ਉਹਨਾਂ ਦੇ ਡਮਰੂ ਦੇ ਵਿੱਚੋਂ 14 ਧੁਨੀਆਂ ਨਿਕਲੀਆਂ, ਉਹਨਾਂ ਨੂੰ ਮਹੇਸ਼ਵਰ ਸੂਤਰ ਆਖਿਆ ਜਾਂਦਾ। ਉਹ ਜਿਹੜੀਆਂ ਪਾਣਨੀ ਰਿਸ਼ੀ ਨੇ ਗ੍ਰਹਿਣ ਕੀਤੀਆਂ। ਹੌਲੀ ਹੌਲੀ ਉਪਦੇਸ਼ ਦਿੰਦਿਆਂ ਆਚਾਰੀਆ ਉਸ ਤੋਂ ਬਾਅਦ ਹੋਏ ਨੇ ਪਤੰਜਲੀ, ਹੋਏ ਨੇ ਵਾਕਿਆਪਦੀਅਕਾਰ, ਹੋਏ ਨੇ ਆਪਣੇ ਆਚਾਰੀਆ ਭਰਥਰੀ ਹਰੀ, ਭੱਟੋ ਜੀ ਦੀਕਸ਼ਿਤ ਹੋਏ ਨੇ, ਫਿਰ ਉਸ ਤੋਂ ਬਾਅਦ ਵਰਦਰਾਜ ਹੋਏ ਨੇ। ਇਹਨਾਂ ਦੀ ਇੱਕ ਪਰੰਪਰਾ ਬਣ ਗਈ। ਦੂਜੀ ਪਰੰਪਰਾ ਹੈਗੀ ਜਿਹੜੀ, ਉਹ ਹੈਗੀ ਆ ਇੰਦਰ ਦੀ ਵਿਆਕਰਨ ਪਰੰਪਰਾ। ਉਹ ਗੋਲਡ ਸਟੂਕਰ ਲਿਖਦਾ ਹੈਗਾ ਕਿ ਇੰਦਰ ਨੂੰ ਵਿਆਕਰਨ ਦਾ ਉਪਦੇਸ਼ ਸੀਗਾ ਜਿਹੜਾ, ਉਹ ਬਰਮਾ ਨੇ ਦਿੱਤਾ ਸੀਗਾ। ਸਾਡੇ ਦੇਸ਼ ਦੇ ਵਿੱਚ ਬ੍ਰਹਮਦੇਵ ਨੂੰ ਸਗਲੀਆਂ ਜਿਹੜੀਆਂ ਵਿਦਿਆਵਾਂ ਦਾ ਸੁਆਮੀ ਮੰਨਿਆ ਜਾਂਦਾ ਹੈ। ਤੁਸੀਂ ਵੇਦਾਂ ਦਾ ਨਾਮ ਸੁਣਿਆ ਹੋਣਾ ਹੈਗਾ, 4 ਵੇਦ ਨੇ, ਰਿਗਵੇਦ, ਯਜੁਰਵੇਦ, ਅਥਰਵਵੇਦ ਤੇ ਸਾਮਵੇਦ। ਤੋ ਉਹਨਾਂ 4 ਵੇਦਾਂ ਦਾ ਕਰਤਾ ਵੀ ਬ੍ਰਹਮਾ ਨੂੰ ਮੰਨਿਆ ਜਾਂਦਾ ਹੈ, ਵਿਆਕਰਨ ਦਾ ਕਰਤਾ ਵੀ ਬ੍ਰਹਮਾ ਨੂੰ ਮੰਨਿਆ ਜਾਂਦਾ ਹੈ। ਤੋ ਇਸ ਕਰਕੇ ਮੈਕਸ ਮੂਲਰ ਹੈ, ਡੁਕਰੋ ਹੈ, ਤੋਦੋਰੋਵ ਹੈ, ਆਪਣਾ ਗੋਲਡ ਸਟੂਕਰ ਹੈਗਾ, ਲਿਓਨਾਰਡ ਬਲੂਮਫੀਲਡ ਹੈ, ਇਹ ਬੰਦੇ ਇਹ ਗੱਲ ਮੰਨਦੇ ਨੇ ਕਿ ਇਹ ਇੱਕ ਸਮੇਂ ਦੇ ਵਿੱਚ ਆਰੀਅਨ ਵਿਦਵਾਨ ਹੋਇਆ ਬ੍ਰਹਮਾ। ਜੋ ਟੀਵੀ ਦੇ ਵਿੱਚ ਅਸੀਂ ਦੇਖਦੇ ਹੈਗੇ ਨਾ 3 ਸਿਰਾਂ ਵਾਲਾ, 4 ਸਿਰਾਂ ਵਾਲਾ, ਉਹ ਜਸਟ ਇੱਕ ਮਿਥ ਦੇਵਤਾ ਬਣਾਇਆ ਗਿਆ, ਮਿਥਕ ਹੈ। ਤੋ ਮੈਕਸ ਮੂਲਰ ਕਹਿੰਦਾ ਹੈਗਾ, ਦਾ ਸਾਇੰਸ ਆਫ ਥਾਟ ਉਹਦੀ ਕਿਤਾਬ ਦਾ ਨਾਂ ਹੈ, ਉਹਦੇ ਵਿੱਚ ਉਹਨੇ ਲਿਖਿਆ ਹੈਗਾ ਕਿ ਜਿਹੜਾ ਬ੍ਰਹਮਾ ਹੈਗਾ, ਬ੍ਰਹਮਾ ਇੱਕ ਵਿਦਵਾਨ ਹੋਇਆ ਹੈ 8000 ਸਾਲ ਪਹਿਲਾਂ। ਹਜ਼ਰਤ ਨੂਹ ਦਾ ਸਮਕਾਲੀ, ਈਸਾਈ ਗ੍ਰੰਥਾਂ ਦੇ ਵਿੱਚ ਇੱਕ ਨੂਹ ਦਾ ਜ਼ਿਕਰ ਆਉਂਦਾ, ਕੁਰਾਨ ਦੇ ਵਿੱਚ ਵੀ ਹਜ਼ਰਤ ਨੂਹ ਅਲੈਹਿਸਲਾਮ ਦਾ ਜ਼ਿਕਰ ਆਉਂਦਾ ਹੈਗਾ। ਤੋ ਉਹ 8000 ਸਾਲ ਪਹਿਲਾਂ ਹੋਇਆ ਧਰਤੀ ਦੇ ਉੱਤੇ। ਤੇ ਬ੍ਰਹਮਦੇਵ ਸੀਗਾ ਜਿਹੜਾ, ਉਹ ਬ੍ਰਹਮਾ ਸੀਗਾ ਜਿਹੜਾ ਰਿਸ਼ੀ ਸੀ, ਉਹ 8000 ਸਾਲ ਪਹਿਲਾਂ ਨੂਹ ਦਾ ਸਮਕਾਲੀ ਹੋਇਆ, ਹਜ਼ਰਤ ਨੂਹ ਦਾ। ਉਸਨੇ ਜਿਹੜੀ ਸੀਗੀ ਭਾਸ਼ਾ ਦੀ ਜਿਹੜਾ ਸੀਗਾ ਉਹਦਾ ਉਪਦੇਸ਼ ਦਿੱਤਾ ਸੀ ਆਪਣੇ ਚੇਲਿਆਂ ਨੂੰ ਅੱਗੇ ਦੀ ਅੱਗੇ। ਉਹ ਇੱਕ ਵਿਦਵਾਨ ਸੀਗਾ। ਤੋ ਉਸੇ ਨੇ ਸਭ ਤੋਂ ਪਹਿਲਾਂ ਲਿਪੀ ਬਣਾਈ ਸੀਗੀ ਜਿਸ ਨੂੰ ਬ੍ਰਹਮੀ ਲਿਪੀ ਆਖਿਆ ਜਾਂਦਾ ਸੀਗਾ। ਤੋ ਇਸ ਕਰਕੇ ਸਭ ਤੋਂ ਪੁਰਾਤਨ ਜਿਹੜੀ ਭਾਰਤ ਦੀ ਲਿਪੀ ਹੈ, ਡਾਕਟਰ GB ਸਿੰਘ ਵੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ। ਉਸ ਤੋਂ ਬਾਅਦ ਵਿੱਚ ਡਾਕਟਰ ਗੌਰੀ ਸ਼ੰਕਰ ਓਝਾ ਦੀ ਕਿਤਾਬ ਵੀ ਇੱਕ ਹੈਗੀ ਹੈ, ਡਾਕਟਰ ਕਾਲਾ ਸਿੰਘ ਬੇਦੀ ਦੀ ਕਿਤਾਬ ਵੀ ਹੈ। ਇਹ ਬੰਦੇ ਜਿਹੜੇ ਹੈਗੇ ਨੇ ਇਹ ਬ੍ਰਹਮੀ ਲਿਪੀ ਨੂੰ ਸਭ ਤੋਂ ਪ੍ਰਾਚੀਨ ਮੰਨਦੇ ਨੇ। ਬਾਕੀ ਦੀਆਂ ਲਿਪੀਆਂ ਇਹਦੇ ਵਿੱਚੋਂ ਹੀ ਨਿਕਲੀਆਂ ਹੋਈਆਂ ਨੇ ਜਾਂ ਇਹਦੇ ਨਾਲ ਥੋੜ੍ਹਾ ਬਹੁਤਾ ਸੰਬੰਧ ਰੱਖਦੀਆਂ ਨੇ। ਇਸ ਕਰਕੇ ਸਾਡਾ ਜਿਹੜਾ ਆਨਸਰ ਹੈਗਾ ਇੱਥੇ ਉਹ ਆਏਗਾ ਜੀ ਬ੍ਰਹਮੀ ਲਿਪੀ ਆਏਗਾ, ਪਹਿਲਾ ਆਨਸਰ ਆਏਗਾ। 9 ਨੰਬਰ ਤੇ ਸਾਡਾ ਸਵਾਲ ਹੈ, ਗੁਰਮੁਖੀ ਆਰਥੋਗ੍ਰਾਫੀ ਕਿਹਾ ਜਾਂਦਾ ਹੈ। ਆਰਥੋਗ੍ਰਾਫੀ ਦਾ ਅਰਥ ਹੁੰਦਾ ਹੈ ਭਾਸ਼ਾ ਦੇ ਚਿੰਨ੍ਹਾਂ ਨੂੰ, ਭਾਸ਼ਾ ਦੀਆਂ ਧੁਨੀਆਂ ਨੂੰ, ਭਾਸ਼ਾ ਦੇ ਅੱਖਰਾਂ ਨੂੰ ਲਿਖਣ ਦੀ ਤਰਤੀਬ ਨੂੰ ਅੰਗਰੇਜ਼ੀ ਦੇ ਵਿੱਚ ਆਰਥੋਗ੍ਰਾਫੀ ਕਹਿੰਦੇ ਨੇ, ਲਿਪਾਂਕਣਕਾਰੀ ਕਹਿੰਦੇ ਨੇ। ਆਰਥੋਗ੍ਰਾਫੀ ਨੂੰ ਪੰਜਾਬੀ ਦੇ ਵਿੱਚ ਲਿਪਾਂਕਣਕਾਰੀ ਕਿਹਾ ਜਾਂਦਾ ਹੈਗਾ। ਤੋ ਉਹ ਪੁੱਛਦਾ ਕਿ ਗੁਰਮੁਖੀ ਆਰਥੋਗ੍ਰਾਫੀ ਕਿਹਾ ਜਾਂਦਾ ਹੈ ਧੁਨੀਆਤਮਕ ਅਧਿਐਨ ਨੂੰ। ਹੁਣ ਤੁਸੀਂ ਦੇਖੋ ਕਿ ਜੇ ਹੁਣ ਸੰਬੰਧ ਤਾਂ ਸਾਡਾ ਲਿਖਣ ਨਾਲ ਹੈ, ਹੁਣ ਧੁਨੀਆਤਮਕ ਅਧਿਐਨ ਤਾਂ ਹੁੰਦਾ ਹੈ ਉਹ ਤਾਂ ਮੌਖਿਕ ਧੁਨੀਆਂ ਦਾ ਅਧਿਐਨ ਕਰਦਾ ਹੈ ਕਿ ਅਨਾਦੀ ਨੇ, ਕਿ ਅਨਾਦੀ ਨੇ, ਕਿ ਮਹਾਪ੍ਰਾਣ ਨੇ, ਕਿ ਅਲਪ ਪ੍ਰਾਣ ਨੇ, ਕਿ ਕੰਠੀ ਨੇ, ਕਿ ਹੋਠੀ ਨੇ, ਕਿ ਤਾਲਵੀ ਨੇ, ਕਿ ਦੰਤੀ ਨੇ, ਕਿ ਵਤਰਸੀ ਨੇ, ਕਿ ਪਾਰਸ਼ਵਿਕ ਨੇ। ਇਹ ਤਾਂ ਉਹ ਅਧਿਐਨ ਕਰਦਾ ਹੈਗਾ। ਤੋ ਇਸ ਕਰਕੇ ਇਹ ਤਾਂ ਲੈਣ ਦੇਣ ਹੀ ਨਹੀਂ ਹੈਗਾ ਲਿਖਣ ਨਾਲ, ਤਾਂ ਇਸ ਕਰਕੇ ਧੁਨੀ ਵੀ ਨਹੀਂ ਆਊਗਾ। ਫਿਰ ਕਹਿੰਦਾ ਵਾਕ ਲਿਖਣ ਨਾਲ। ਹੁਣ ਵਾਕ ਲਿਖਣ ਨਾਲ ਉਹ ਗੱਲ ਹੋ ਗਈ ਨਾ ਕਿ ਸਾਸ ਵੀ ਕभी ਬਹੂ ਥੀ। ਹੁਣ ਤੁਸੀਂ ਦੇਖੋ ਕਿ ਜੇਕਰ ਬੋਟੀ ਹੀ ਵੱਡੀ ਹੋ ਕੇ ਸੱਸ ਬਣੂਗੀ, ਡਾਇਰੈਕਟ ਸੱਸ ਥੋੜੀ ਆਊਗੀ।
तो यही संबंध इत्थे है, पहला तो छोटा चीज़ ही लिखी जाऊगी ना, वाक तो फिर लिखे जाएंगे, वाक तो फिर बननगे, पहला सब तो छोटी चीज़ तो चलूगा, इस करके वाक लिखण नाल भी नहीं हैगा ना, फिर शब्द लिखण नाल है, भी शब्द भी है। तो ये हैगा अखर लिखण दे नाल, पहला तुसी अखर लिखदे हो, अखर लिखण दे नाल तुसी शब्द बनाउने हो, शब्दों तो बाद वाकंश बनते हैं, फिर उपवाक बनते हैं, फिर वाक बनते हैं। तो साडा आंसर जिहड़ा आएगा इत्थे आएगा बी आएगा, अखर लिखण प्रणाली दे नाल है इहदा संबंध। हुण गुरमुखी आर्थोग्राफी जिहड़ी हैगी आ, गुरमुखी आर्थोग्राफी दी जिहड़ी संक्षिप्त तरतीब है उहदा संबंध किस नाल हुंदा है। संक्षिप्त का अर्थ हुंदा जिहड़ी संक्षेप तरतीब है, छोटी तरतीब हैगी है, जिहड़ी मुक्तसर तरतीब है, इन्हां दे विच्चों मुੱਢ ਦੇ ਵਿੱਚ ਹੀ ਤਾਂ ਇਹਨੂੰ ਤਾਂ ਤੁਸੀਂ ਕਾਟਾ ਮਾਰ ਹੀ ਦਿਓ, क्योंकि ਇਹਦਾ ਤਾਂ ਲੈਣ ਦੇਣ ਹੀ ਨਹੀਂ ਹੈਗਾ ਆਰਥੋਗ੍ਰਾਫੀ ਨਾਲ। ਰਹਿ ਗਈਆਂ ਚੀਜ਼ਾਂ ਤਿੰਨ। ਹੁਣ ਤੁਸੀਂ ਥੋੜਾ ਜਿਹਾ ਦਿਮਾਗ ਲਾ ਕੇ ਦੇਖ ਲਓ ਵੀ ਇਹਨਾਂ ਚੋਂ ਸੰਖੇਪ ਕਿਹੜੀ ਚੀਜ਼ ਹੈ ਸਭ ਤੋਂ, ਤੁਸੀਂ ਕਿਹੜੀ ਚੀਜ਼ ਨੂੰ ਸੰਖੇਪ ਜਾਂ ਮੁਕਤਸਰ ਜਾਂ ਬਰੀਫ ਮੰਨੋਗੇ, ਇਹਨਾਂ ਦੇ ਵਿੱਚੋਂ ਸੰਖਿਪਤ ਗੱਲ ਕਰਨੀ ਹੋਵੇ ਕਿਹੜੀ ਚੀਜ਼ ਨੂੰ ਛੋਟੀ ਮੰਨਦੇ ਹੋ ਇਹਨਾਂ ਵਿੱਚੋਂ। ਹੁਣ ਵਾਕ ਤਾਂ ਵੱਡਾ ਹੀ ਹੈ, ਇਹ ਤਾਂ ਮੰਨਿਆ ਹੀ ਨਹੀਂ ਜਾਣਾ। ਹੁਣ ਵਾਕਾਂਸ਼ ਜਿਹੜਾ ਹੁੰਦਾ ਹੈ ਉਹ ਸ਼ਬਦ ਤੋਂ ਵੱਡਾ ਹੁੰਦਾ ਹੈ, ਇਸ ਕਰਕੇ ਵਾਕਾਂਸ਼ ਵੀ ਨਹੀਂ ਹੈਗਾ। ਇੱਥੇ ਸਾਡਾ ਜਿਹੜਾ ਆਨਸਰ ਆਏਗਾ ਉਹ ਸੀ ਆਏਗਾ, ਸ਼ਬਦ ਨਾਲ। ਅੱਗੇ ਆ ਗਿਆ ਜੀ 11ਵਾਂ ਸਵਾਲ, ਤੁਹਾਨੂੰ ਦੀ ਥਾਂ ਤੁਹਾਨੂੰ, ਤੁਹਾਡੀ ਦੀ ਥਾਂ ਤੁਹਾਡੀ, ਲਿਆਵਾਂ ਦੀ ਥਾਂ ਲਿਆਵਾਂ ਤੇ ਤੀਵੀਂ ਦੀ ਥਾਂ ਤੀਵੀਂ ਬੋਲਦੇ ਹਨ। ਕਿਹੜੀ ਡਾਇਲੈਕਟ ਦੇ ਵਿੱਚ ਬੋਲਦੇ ਹਨ ਇਹ? ਹੁਣ ਇਹਦੇ ਵਿੱਚ ਸਾਡੇ ਕੋਲੇ 4 ਡਾਇਲੈਕਟ ਨੇ। ਮਾਝੀ ਟਕਸਾਲੀ ਦੇ ਬੜੀ ਨੇੜੇ ਹੈ, ਇਹਦੇ ਵਿੱਚ ਹੈ ਹੀ ਨਹੀਂ ਇਹ। ਦੁਆਬੀ ਦੇ ਵਿੱਚ ਵੀ ਨਹੀਂ ਹੈਗਾ ਇਹ ਚੀਜ਼, ਦੁਆਬੀ ਵੀ ਵੱਖਰੀ ਹੈ। ਰਹਿ ਗਈਆਂ ਸਾਡੇ ਕੋਲੇ ਪੁਆਧੀ ਤੇ ਮਲਵਈ। ਹੁਣ ਪੁਆਧੀ ਦੇ ਵਿੱਚ ਜਿਹੜਾ ਹੈਗਾ ਹੈ ਤੀਵੀਂ ਲਿਆਵਾਂ, ਤਾਂ ਜਿਹੜਾ ਹੈਗਾ ਲਿਆਵਾਂ ਨੂੰ ਲਿਆਵਾਂ ਵੀ ਪੁਆਧੀ ਵਾਲੇ ਕਹਿੰਦੇ ਨੇ ਤੇ ਤੀਵੀਂ ਨੂੰ ਤੀਵੀਂ ਵੀ ਬੋਲਦੇ ਨੇ, ਪਰ ਤੁਹਾਡੀ ਨੂੰ ਥੋੜੀ ਨਹੀਂ ਕਹਿੰਦੇ। ਹੁਣ ਦੋਵਾਂ ਉਪ ਭਾਸ਼ਾਵਾਂ ਦਾ ਇੱਥੇ ਜਾ ਕਰਕੇ ਉੱਥੇ ਤੁਸੀਂ ਕਈ ਵਾਰੀ ਪਜਲ ਹੋ ਜਾਂਦੇ ਆ ਵੀ ਯਾਰ ਇਹ ਕੀ ਹੋ ਗਿਆ, ਇੱਥੇ ਤਾਂ ਇਹਦੇ 'ਚ ਵੀ ਬੋਲਦੇ ਨੇ ਤੇ ਇਹਦੇ 'ਚ ਵੀ ਬੋਲਦੇ ਨੇ, ਅਸੀਂ ਕਿਹੜੀ ਟਿਕ ਕਰੀਏ। ਹੁਣ ਤੀਜਾ ਉਹਨੇ ਇੱਥੇ ਦਿੱਤਾ ਹੋਇਆ, ਤੁਹਾਨੂੰ ਦੀ ਤੁਹਾਨੂੰ, ਤੁਹਾਨੂੰ ਦੀ ਥਾਂ ਤੁਹਾਨੂੰ ਤੇ ਤੁਹਾਡੀ ਦੀ ਥਾਂ ਤੁਹਾਡੀ। ਹੁਣ ਇਹ ਦੋਨੇ ਲਿਆਵਾਂ ਵੀ ਤੇ ਤੀਵੀਂ ਵੀ ਬੋਲਦੇ ਨੇ, ਪਰ ਤੁਹਾਨੂੰ ਤੇ ਤੁਹਾਡੀ ਨਹੀਂ ਕਹਿੰਦੇ ਆਪਣੀ ਦੇ ਵਿੱਚ, ਪੁਆਧੀ ਦੇ ਵਿੱਚ। ਇਹ ਸਾਡੀ ਮਲਵਈ ਦੇ ਵਿੱਚ ਕਹਿੰਦੇ ਨੇ। तो इस करके साडा जिहड़ा इत्थे आंसर होऊगा वो होऊगा मलवई। मलवई च नहीं आंदे भी थोड़ी चीज़ इत्थे पई है जी, जां सोडी, सोडा मुंडा, थोड़ी कुड़ी, थोड़ी गड्डी, थोड़ा बल्द। तो ये जिहड़ा हैगा मलवई च बोलिया जांदा है, ये पुआधी दे विच नहीं बोलिया, क्योंकि पुआधी च थारा बोलते हैं। इस चीज़ का ध्यान रखना, क्योंकि उहदे ते बघेला का प्रभाव है, हिंदी का, पूर्वी हिंदी का, वो थारा कहिंदे ने। तो इस करके जिहड़ा हैगा तीवीं नूं ते लिआवां नूं तां बोलदे ही ने, वाहवा मम्मा दे विच उन्हां दा कन्वर्ट हुंदा हैगा, पर उतले जिहड़े हैगे ने वो जिहड़े इस गल नूं सिद्ध करदे ने कि मलवई च बोलिया जांदा है। सो नैक्सट जिहड़ा हैगा वो है भारती भाषा सर्वेखण पुस्तक किस दी है। हुण पहला बंदा हैगा, इहदा नाम विलियम केरी है। इहने व्याकरण लिखिया 1812 दे विच पंजाबी दा, सर्वेखण नहीं इहने कीता। तो नैक्सट जिहड़ा हैगा हार्नले, हार्नले ने पूर्वी पश्चिमी हिंदी का सर्वेखण किया है। इन्हें भाषावां का सर्वेखण किया, पर इहदी किताब का नाम नहीं हैगा भारती भाषा सर्वेखण। एक अंग्रेजी च किताब है जिहड़ी भारती भाषा सर्वेखण, उहदा नाम है लिंग्विस्टिक सर्वे ऑफ इंडिया। भारती भाषा सर्वेखण या भारती भाषा का भाषा विग्यानक अध्ययन, लिंग्विस्टिक सर्वे ऑफ इंडिया। कई वॉल्यूम्स ने इसके। उस तो बाद आ गया जॉन बीम्स। बीम्स ने भी ग्रामर लिखी हैगी पंजाबी दी, भाषा सर्वेखण इन्हें भी नहीं किया। तो एक बंदा रह गया साडे कोल, इस करके ये पहले बंदे सारे गलत ने। तो साडे कोल इत्थे आ गया जॉर्ज अब्राहम ग्रीयरसन। इन्हें पंजाबी दियां सारियां डायलैक्ट्स का, हिंदुस्तान दियां सारियां भाषावां का, सारियां डायलैक्ट्स का इन्हें बड़ा ही विग्यानक पक्ष दे नाल जिहड़ा अध्ययन किया। कई त्रुटियां भी पाईयां जांदियां ने इहदे विच, कई जिहड़े हैगे ने वो खाम भी पाए जाते हैं, पर मूल रूप दे विच बड़ा सोहना अध्ययन है किताब का। भाषा विग्यान के खेत्र दे विच बड़ी प्रतिष्ठित किताब मन्नी जाती है। उप भाषावां का वेरवा देण संबंधी जिहड़ी ग्रीयरसन की किताब है, ये बंदे का पूरा नाम है जॉर्ज अब्राहम ग्रीयरसन। हुण
ਇੱਥੇ ਆ ਗਿਆ ਸਾਡੇ ਕੋਲ ਅਗਲਾ ਸਵਾਲ ਹੈਗਾ, ਸੰਘੋਸ਼ ਅਲਪ ਪ੍ਰਾਣ ਵਿਅੰਜਨ ਹਨ। ਪਹਿਲਾਂ ਤਾਂ ਸਾਨੂੰ ਪਤਾ ਇਹ ਹੋਵੇ ਕਿ ਸੰਘੋਸ਼ ਅਲਪ ਪ੍ਰਾਣ ਹੁੰਦਾ ਕੀ ਹੈ। ਪੇਪਰ 'ਚ ਆਉਂਦਾ ਨਾ ਤੇ ਜਵਾਕਾਂ ਨੂੰ ਪੜ੍ਹਾ ਵੀ ਦਈਏ ਤੇ ਇਹ ਗੱਲ ਬੜੀ ਉਹਨਾਂ ਨੂੰ ਹੋ ਜਾਂਦੀ ਕਿ ਜੀ ਅਲਪ ਪ੍ਰਾਣ ਕਹਿੰਦੇ ਕਾਸ ਨੂੰ ਨੇ। ਐਮਏ ਪਾਸ ਕਰਕੇ ਵੀ ਕਈਆਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਅਲਪ ਪ੍ਰਾਣ ਕਿਸ ਨੂੰ ਕਿਹਾ ਜਾਂਦਾ ਹੈ। ਤੋ ਅਲਪ ਪ੍ਰਾਣ ਕੀ ਹੈ? ਅਲਪ ਪ੍ਰਾਣ, ਅਲਪ ਦਾ ਅਰਥ ਹੁੰਦਾ ਥੋੜ੍ਹਾ ਤੇ ਪ੍ਰਾਣ ਦਾ ਅਰਥ ਹੁੰਦਾ ਸਵਾਸ। ਜਦੋਂ ਜਿਨ੍ਹਾਂ ਨੂੰ ਉਚਾਰਨ ਕਰਨ ਵੇਲੇ ਤੁਸੀਂ ਤੁਹਾਡੇ ਮੂੰਹ 'ਚੋਂ ਹਵਾ ਜਿਹੜੀ ਆ ਉਹ ਥੋੜ੍ਹੀ ਮਾਤਰਾ 'ਚ ਬਾਹਰ ਨਿਕਲਦੀ ਹੈ, ਉਹ ਅਲਪ ਪ੍ਰਾਣ ਹੁੰਦੀਆਂ ਨੇ। ਹੁਣ ਸੰਘੋਸ਼ ਆ ਗਿਆ, ਫਿਰ ਬੱਚੇ ਕਈ ਟਪਲਾ ਖਾਂਦੇ ਨੇ ਜੀ ਤੁਸੀਂ ਤਾਂ ਸੰਘੋਸ਼ ਪੜ੍ਹਾਇਆ ਸੀ, ਉੱਥੇ ਤਾਂ ਨਾਦੀ ਆ ਗਿਆ। ਉਹ ਭਲਿਓ, ਜਿਹੜਾ ਸੰਘੋਸ਼ ਤੇ ਨਾਦੀ ਉਹ ਇੱਕ ਹੀ ਹੁੰਦੇ ਨੇ। ਜਾਂ ਤਾਂ ਉਹਨੂੰ ਨਾਦੀ ਲਿਖ ਦਿੰਦਾ ਉਹ, ਜਾਂ ਸੰਘੋਸ਼ ਲਿਖ ਦਿੰਦਾ, ਜਾਂ ਅਨਾਦੀ ਲਿਖ ਦਿੰਦਾ, ਜਾਂ ਅਘੋਸ਼ ਲਿਖ ਦਿੰਦਾ। ਸੰਘੋਸ਼ ਕੀ ਹੈ? ਤੁਹਾਡੇ ਵੋਕਲ ਕਾਰਡਸ ਦੇ ਵਿੱਚ, ਤੁਹਾਡੀਆਂ ਨਾਦ ਤੰਤਰੀਆਂ ਦੇ ਵਿੱਚ ਪੈਂਦੀ ਗੂੰਜ ਨੂੰ ਆਖਿਆ ਜਾਂਦਾ ਹੈ। ਸੰਘੋਸ਼, ਘੋਸ਼ਤਾ, ਨਾਦਤਾ, ਗੂੰਜ ਉਹਨੂੰ ਕਹਿੰਦੇ ਨੇ। ਤੋ ਇੱਥੇ ਹੁਣ ਤੁਸੀਂ ਦੇਖੋ ਵੀ ਪ੍ਰੈਕਟੀਕਲ ਕਰ ਲਓ, ਆਹ ਸਾਰੀਆਂ ਉਹਨੇ ਧੁਨੀਆਂ ਉੱਤੇ ਦਿੱਤੀਆਂ ਹੈਗੀਆਂ ਨੇ। ਇਹਨਾਂ ਨੂੰ ਬੋਲ ਬੋਲ ਕੇ ਵੇਖ ਲਓ ਵੀ ਇਹਦੇ ਵਿੱਚੋਂ ਕਿਹੜੀ ਧੁਨੀ ਹੈਗੀ ਹੈ ਜਿਨ੍ਹਾਂ ਦੇ ਉਚਾਰਨ ਸਮੇਂ ਨਾ ਤਾਂ ਹਵਾ ਬਾਹਰ ਜਾਵੇ ਤੇ ਨਾ ਹਵਾ ਬਾਹਰ ਨਾ ਜਾਵੇ ਤੇ ਗੂੰਜ ਜ਼ਿਆਦੇ ਪਵੇ। ਹੁਣ ਦੇਖੋ, ਤੱਤਾ, ਥੱਥਾ, ਡੱਡਾ, ਗੱਗਾ, ਠੀਕ ਹੈ। ਆਹ ਦੋ ਧੁਨੀਆਂ ਤੇ ਜ਼ਰੂਰ ਅਲਪ ਪ੍ਰਾਣ ਨੇ, ਅਲਪ ਪ੍ਰਾਣ ਵੀ ਨੇ ਤੇ ਜਿਹੜੀਆਂ ਹੈਗੀਆਂ ਸੰਘੋਸ਼ ਵੀ ਨੇ, ਤੇ ਪਰ ਤੱਤਾ ਥੱਥਾ ਨਹੀਂ ਹੈਗੀਆਂ ਮੂਹਰੇ। ਇਸ ਕਰਕੇ ਜਿਹੜਾ ਹੈਗਾ ਇਹ ਗਲਤ ਹੈ। ਉਦੋਂ ਬਾਅਦ ਦੇ ਵਿੱਚ ਆ ਗਿਆ ਫੱਫਾ, ਥੱਥਾ, ਠੱਠਾ, ਖੱਖਾ, ਇਹ ਸਾਰੀਆਂ ਹੀ ਮਹਾਂਪ੍ਰਾਣ ਨੇ, ਇਹਨਾਂ ਦਾ ਲੈਣ ਦੇਣ ਨਹੀਂ ਹੈਗਾ, ਇਹ ਵੀ ਗਲਤ ਆ ਸਾਡੇ ਕੋਲ। ਫਿਰ ਆ ਗਿਆ ਚੱਚਾ, ਛੱਛਾ, ਜੱਜਾ, ਗੱਗਾ। ਹੁਣ ਇਹਦੇ ਵਿੱਚ ਇੱਕ ਮਹਾਂਪ੍ਰਾਣ ਹੈਗੀ ਹੈ, ਇੱਕ ਅਲਪ ਪ੍ਰਾਣ ਹੈਗੀ ਹੈ। ਦੋ ਜਿਹੜੀਆਂ ਹੈਗੀਆਂ ਨੇ ਉਹ ਹੈ ਤੇ ਅਲਪ ਪ੍ਰਾਣ ਪਰ ਨਾਦੀ ਵੀ ਹੈਗੀਆਂ ਨੇ, ਪਰ ਦੋ ਪਿਛਲੀਆਂ ਗਲਤ ਨੇ। ਰਹਿ ਗਏ ਥੱਲੇ ਵਾਲੇ ਸਭ ਤੋਂ, ਬੱਬਾ, ਦੱਦਾ, ਡੱਡਾ, ਜੱਜਾ। ਹੁਣ ਤੁਸੀਂ ਦੇਖੋ, ਬੱਬਾ, ਦੱਦਾ, ਡੱਡਾ, ਜੱਜਾ, ਗੂੰਜ ਵੀ ਪੂਰੀ ਪੈਂਦੀ ਹੈ ਤੇ ਹਵਾ ਵੀ ਮੂੰਹ ਚੋਂ ਪੂਰੀ ਬਾਹਰ ਨਹੀਂ ਜਾਂਦੀ। ਇਸ ਕਰਕੇ ਸਾਡਾ ਸਹੀ ਆਨਸਰ ਕਿਹੜਾ ਹੋਊਗਾ? ਉਹ ਡੀ ਹੋਏਗਾ। ਥੋੜਾ ਜਿਹਾ ਨਾ ਇਹਨੂੰ ਪ੍ਰੈਕਟੀਕਲ ਕਰਕੇ ਦੇਖਿਆ ਕਰੋ। ਰਫ ਪੇਜ ਮਿਲਦਾ ਹੁੰਦਾ ਉਸ ਵੇਲੇ ਸਾਨੂੰ, ਜਿਹੜਾ ਸਾਡੀ ਬੁਕਲੇਟ ਹੁੰਦੀ ਉਹਦੇ ਪਿੱਛੇ ਰਫ ਪੇਜ ਹੁੰਦਾ ਹੈਗਾ, ਉਹਦੇ ਤੇ ਨਾ ਕੀ ਕਰਿਆ ਕਰੋ, ਊੜਾ ਆੜਾ ਇਉਂ ਕਰਕੇ ਇੱਧਰੋਂ ਕਰਕੇ ਊੜਾ ਆੜਾ ਲਿਖ ਲਿਆ ਸਾਰਾ। ਊੜਾ ਆੜਾ ਲਿਖ ਲਿਆ ਨਾ, ਕੱਕੇ ਵਾਲੀ ਲਾਈਨ ਜਿਹੜੀ ਥੱਲੇ ਤੱਕ ਹੁੰਦੀ ਆ ਉਹ ਹੁੰਦੀ ਆ ਅਨਾਦੀ ਅਲਪ ਪ੍ਰਾਣ ਜਾਂ ਅਘੋਸ਼ ਅਲਪ ਪ੍ਰਾਣ। ਖੱਖੇ ਵਾਲੀ ਜਿਹੜੀ ਲਾਈਨ ਹੁੰਦੀ ਆ ਉਹ ਹੁੰਦੀ ਆ ਅਘੋਸ਼ ਮਹਾਂਪ੍ਰਾਣ। ਗੱਗੇ ਵਾਲੀ ਜਿਹੜੀ ਲਾਈਨ ਹੁੰਦੀ ਆ ਉਹ ਹੁੰਦੀ ਆ ਸੰਘੋਸ਼ ਜਾਂ ਘੋਸ਼ ਜਾਂ ਨਾਦੀ, ਉਹ ਹੁੰਦੀ ਹੈਗੀ ਆ ਨਾਦੀ ਅਲਪ ਪ੍ਰਾਣ। ਤੇ ਘੱਗਾ, ਧੱਦਾ, ਢੱਡਾ, ਝੱਜਾ, ਭੱਬਾ ਜਿਹੜੀ ਹੁੰਦੀ ਹੈਗੀ ਆ ਉਹ ਹੁੰਦੀ ਹੈ ਨਾਦੀ ਮਹਾਂਪ੍ਰਾਣ। ਇਸ ਤਰ੍ਹਾਂ ਥੱਲੇ ਵਾਲੇ ਪਾਸੇ ਨੂੰ ਕਰਕੇ ਤੁਸੀਂ ਦੇਖ ਲਿਆ ਕਰੋ, ਬੜਾ ਹੀ ਆਸਾਨ ਤਰੀਕਾ ਹੈ। ਤੇ ਜਿਹੜੀ ਗੰਘਾਂ ਤੋਂ ਲੈ ਕੇ ਮੰਮੇ ਵਾਲੀ ਲਾਈਨ ਹੁੰਦੀ ਹੈ, ਦੂਜੀ ਲਾਸਟ ਵਾਲੀ, ਉਹ ਹੁੰਦੀ ਹੈਗੀ ਆ ਨਾਸਿਕ ਧੁਨੀਆਂ ਦੀ। ਉਹਦੇ ਵਿੱਚ 5 ਨਾਸਿਕ ਧੁਨੀਆਂ ਹੁੰਦੀਆਂ। ਤੁਸੀਂ ਕਈ ਵਾਰ ਕੀ ਕਰਦੇ ਹੈਗੇ ਆ ਨਾ, 5 ਨਾਸਿਕ ਧੁਨੀਆਂ ਤਾਂ ਗਿਣ ਹੀ ਲੈਂਦੇ ਆ ਤੇ 6ਵੀਂ ਟੈਕੇ ਨੂੰ ਵੀ ਵਿੱਚ ਉਹਦੇ ਕੰਸੀਡਰ ਕਰ ਦਿੰਦੇ ਆ। ਉਹ ਟੈਕਾ ਹੁੰਦਾ, ਟੈਕਾ, ਨੱਕ ਬੰਦ ਕਰਕੇ ਬੋਲੋ, ਟੈਕਾ, ਟੈਂਕਾ ਨਹੀਂ। ਤੁਸੀਂ ਉਹਨੂੰ ਕਹਿੰਦੇ ਹੋ ਟੈਂਕਾ, ਟੈਂਕਾ ਨਹੀਂ ਹੁੰਦਾ, ਟੈਕਾ ਹੁੰਦਾ ਹੈਗਾ। ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈਗਾ ਤੁਸੀਂ। ਅੱਗੇ ਆ ਗਿਆ, ਭਾਰਤੀ ਆਰਿਆਈ ਭਾਸ਼ਾ ਪਰਿਵਾਰ ਦਾ ਸੰਬੰਧ ਹੈ। ਹੁਣ ਭਾਰਤੀ ਜਿਹੜੀ ਆਰਿਆਈ ਭਾਸ਼ਾ ਪਰਿਵਾਰ ਹੈ, ਜਿਹਦੇ ਵਿੱਚ ਤੁਹਾਡੀ ਪੰਜਾਬੀ ਹੈ, ਹਿੰਦੀ ਹੈ, ਮਰਾਠੀ ਹੈ, ਉੜੀਆ ਹੈ, ਬੰਗਲਾ ਹੈ, ਆਪਣੀ ਬੰਗਾਲੀ ਹੈ, ਇਹਦਾ ਕਿਹੜੇ ਭਾਸ਼ਾ ਨਾਲ ਸੰਬੰਧ ਹੈ? ਸਾਡੇ ਕੋਲੇ ਆਪਸ਼ਨਸ ਇੱਥੇ ਆਈਆਂ ਨੇ, ਸਾਮੀ ਭਾਸ਼ਾ ਪਰਿਵਾਰ ਦੇ ਨਾਲ, ਭਾਰਤੀ ਯੂਰਪੀ ਨਾਲ, ਹਾਮੀ ਨਾਲ, ਜਾਂ ਫਿਰ ਇੰਡੋ ਤਿੱਬਤੀਅਨ ਨਾਲ। ਸਾਮੀ ਭਾਸ਼ਾ ਪਰਿਵਾਰ ਦਾ ਸੰਬੰਧ ਅਰਬੀ ਨਾਲ ਹੈ, ਹੀਬਰੂ ਨਾਲ ਹੈ, ਤੁਰਕੀ ਨਾਲ ਹੈ, ਸੋਮਾਲੀਆ ਨਾਲ ਹੈ, ਇਹਦਾ ਵੀ ਨਹੀਂ ਲੈਣ ਦੇਣ ਸਾਡੇ ਕੋਲੇ। ਹਾਮੀ ਭਾਸ਼ਾ ਪਰਿਵਾਰ ਦਾ ਸੰਬੰਧ ਜਿਹੜਾ ਹੈਗਾ ਸੁਮਾਟਰਾ ਵਗੈਰਾ ਭਾਸ਼ਾਵਾਂ ਨਾਲ ਹੈ, ਇਹ ਵੀ ਨਹੀਂ ਸਾਡਾ ਲੈਣ ਦੇਣ। ਇੰਡੋ ਤਿੱਬਤੀਅਨ ਦਾ ਜਿਹੜਾ ਸੰਬੰਧ ਹੈਗਾ ਇਹਦੇ ਵਿੱਚ ਵੀ ਜਿਹੜੀਆਂ ਆਉਂਦੀਆਂ ਹੈਗੀਆਂ ਨੇ ਉੱਤਰ ਪੂਰਬੀ ਭਾਸ਼ਾਵਾਂ ਆਉਂਦੀਆਂ ਨੇ, ਜਾਂ ਨਾਗਾਲੈਂਡ ਵਗੈਰਾ ਦੀਆਂ ਆ ਜਾਣੀਆਂ, ਤਿੱਬਤ ਦੀਆਂ ਜਾਂ ਨੇਪਾਲ ਦੀਆਂ ਆਉਂਦੀਆਂ, ਉਹਦੇ ਨਾਲ ਵੀ ਸਾਡਾ ਲੈਣ ਦੇਣ ਨਹੀਂ। ਮੁੰਡਾ ਭਾਸ਼ਾਵਾਂ ਇਹਨਾਂ ਦੇ ਵਿੱਚ ਹੀ ਕੰਸੀਡਰ ਹੁੰਦੀਆਂ ਹੈਗੀਆਂ। ਤਾਂ ਸਾਡੇ ਕੋਲੇ ਫਿਰ ਕੀ ਆ ਗਿਆ? ਭਾਰਤੀ ਯੂਰਪੀ ਭਾਸ਼ਾ ਪਰਿਵਾਰ। ਇਹਨੂੰ ਭਰੋਪੀ ਵੀ ਕਹਿੰਦੇ ਨੇ। ਕਈ ਵਾਰ ਤੁਸੀਂ ਟਪਲਾ ਨਹੀਂ ਖਾਣਾ, ਪੇਪਰ ਦੇ ਵਿੱਚ ਭਾਰਤੀ ਯੂਰਪੀ ਦੀ ਜਗ੍ਹਾ ਤੇ ਇਹ ਵੀ ਆ ਜਾਂਦਾ ਹੈ ਭਰੋਪੀ। ਇਹ ਸਭ ਤੋਂ ਵੱਡਾ ਭਾਸ਼ਾ ਦਾ ਪਰਿਵਾਰ ਹੈਗਾ। ਦੂਜੇ ਨੰਬਰ ਤੇ ਜਿਹੜਾ ਹੈਗਾ ਯੂਰਾਲ ਅਲਤਾਈ ਹੈ। ਜਿਹੜਾ ਯੂਰਾਲ ਅਲਤਾਈ ਹੈ ਉਹ ਸਾਮੀ ਭਾਸ਼ਾ ਪਰਿਵਾਰ ਹੈ। ਤੋ ਸੁਡਾਨ ਦੀ, ਜਾਰਡਨ ਦੀ, ਆਪਣੇ ਦੀ, ਉਸ ਤੋਂ ਬਾਅਦ ਦੇ ਵਿੱਚ ਆ ਜਾਂਦੇ ਹੈਗੇ ਨੇ ਮਿਸਰ ਹੈ,
फिर सऊदी अरेबिया है, जिन्नियां कंट्रीज़ ने, उस तो बाद दे विच यरूशलम है, ये सारियां हिब्रू वगैरह टोटल भाषावां जिहड़ियां सोमालिया, समाट्रा, ये सब ये कंसीडर होंदियां ने सामी दे विच। तो हामी भी इहदा एक अंग हैगा अगला। तो साडा जिहड़ा आंसर होगा वो हैगा परोपी भाषा परिवार जां भारती यूरोपी भाषा परिवार। असी 14वां इत्थे टिक करांगे। हुण देखो साडे कोल 15वां सवाल हैगा जिहड़ा भाषा सिक्खी जाती है। हुण माँ प्यो द्वारा, सभ्याचार द्वारा, जन्म द्वारा, परंपरा द्वारा जां अध्यापकों द्वारा। हुण माँ प्यो द्वारा, माँ प्यो एक कारक ने इत्थे, माँ प्यो कोई संस्था नहीं हैगी, माँ प्यो कोई उत्थे कोई बहुत वड्डा कोई ओह नहीं, प्रतिष्ठित नहीं हैगा काम। वो एक दरअसल एक माध्यम ने तुहाडे भाषा सीखण दा। तुसीं प्रॉपर ये थोड़ी है हुण चलो खुदा ना खास कईयां दे विचारियां दे माँ प्यो नहीं हुंदे, फिर वो भाषा कित्थों सीखणगे। जे असीं ये मान लीए कि भाषा माँ प्यो तो सीखी जाती है तो कईयां दे विचारियां दे हुंदे ही नहीं हैगे, वो कित्थों सीखणगे। भाषा बोलते तो खैर वो भी ने ना, इस करके साडी धारणा इत्थे गलत हुंदी है इन्हां दी कि माँ प्यो द्वारा भाषा सीखी जाती है। अगला आ गया सभ्याचार परंपरा द्वारा, फिर जन्म परंपरा द्वारा। हुण जन्म परंपरा द्वारा भाषा जे सीखी जाती है तो जन्म परंपरा दे विच जिहड़ी हैगी है ये जरूरी थोड़ी है कि जन्म परंपरा दे विच ही भाषा सीखूगा। हुण जन्म इत्थे होया हैगा, उस तो बाद दे विच थोड़ी बहुत मान के चलो कि 6-7 साल की उम्र दे विच, 5 साल की उम्र दे विच बच्चा अमेरिका दे विच उठ गया, उत्थे जाके तो अंग्रेजी पढ़ूगा, उत्थे तो उन्हें अंग्रेजी सीखनी, पंजाबी थोड़ी बोलूगा वो तो अंग्रेजी दे विच प्रवीण होऊगा। इस करके जन्म परंपरा का भी साडा सिद्धांत है, क्योंकि जन्म का तो साडे शास्त्र ने सिद्धांत ही रद्द किया है, साडे कर्म का सिद्धांत है, जन्म का सिद्धांत नहीं हैगा। इस करके जन्म परंपरा तो भी नहीं भाषा सीखी जाती। फिर आ गया अध्यापकों द्वारा। ये तो बड़ी हासोहीणी गल है भी जिहड़ा पढ़दा ही नहीं, जिन्होंने पढ़न लाया ही नहीं, वो कित्थों सिख लू अध्यापक तो। कई बंदे हुण सारे तो थोड़ो बंदे एजुकेटेड परसन थोड़ी है, सारे के सारे लोग अनपढ़ भी बथेरे हैगे ने, तो फिर उन्होंने कोल तां विचारिਆਂ ਨੂੰ अध्यापकों तक पहुँचण की रसाई नहीं हुई उन्हों की, तो वो अध्यापक कोलों किवें सिखणगे। ये भी साडी इत्थे धारणा इन्हां दी रद्द हुंदी है। ये आएगा साडा सभ्याचारक परंपरा द्वारा। हुण सभ्याचारक परंपरा दे विच ही मनुख जिहड़ा हैगा एक तुसीं कह लो एक समाज दी एक सभ्याचारक परंपरा हुंदी हैगी है, एक उन्हां दी ना विरासत हुंदी हैगी है, उहदे कोलों वो सिखदा हैगा। एक परंपरा है, परंपरा दे विच समाजिक परंपरा है, सभ्याचारक परंपरा हैगी है। हुण जिहो जिहो समाज दे विच रहूगा वो उहे जी भाषा सिखूगा, उहे जी भाषा दे नाल वो जुड़ जूगा, वो सभ्याचारक परंपरा होऊगी उहदी। हुण तुसीं मन के चलो कि इंग्लैंड अमेरिका दे विच रहिंदे हो, उन्हां दे समाज दे विच तुसीं उन्हां दीआं मुल्लां नूं, उन्हां दे प्रतिमानां नूं ग्रहण करोगे, तुसीं उन्हां दी सभ्याचारक परंपरा दे नाल जुड़ोगे। हुण इत्थे हो के भी असीं जुड़ रहे हैं ना, कपड़े चेंज कर ले जी, उन्हां वर्गा बनन दा यतन करदे हैं, उन्हां दे प्रतिमानां नूं स्थापित करन दा इत्थे यतन कर रहे हैं। तो इस करके जिहड़ा हैगा है भाषा जिहड़ी है वो सभ्याचार किसी समाज की सभ्याचार परंपरा तो उसनूं सिੱਖਿਆ ਜਾਂਦਾ हैगा, वो समाज की धरोहर होंदी है। जिवें मुੱਢ ਤੋਂ ही मैं तुहानूं ਇਹ गल कहंदा आ रहा कि भाषा समाज की दात होंदी है, ना कि कुदरत की दात। तो जेकर कुदरत की दात होंदी तो सारे बंदिਆਂ ने ਇੱਕੋ जी भाषा बोलनी सीगी। जिवें हुण साडा सारिਆਂ ਦਾ ठीक है, चलो जिहड़ा साडे रंग का फर्क पैंदा, जलवायु का फर्क हैगा साडे, तो वैदर के फर्क के नाल साडा जिहड़ा हैगा मौसम के फर्क के नाल साडा रंग किसी का काला है, किसी का कणक वन्ना है, किसी का गोरा है, तो वो तो रब ने सारिਆਂ ਨੂੰ रंग तो दिता ही है ना। खून भी सारिਆਂ ਦੇ ਵਿੱਚ 12 ग्राम ही हुंदा है, खो कहना किसी 'ਚ ਅੱਧਾ पौना ग्राम कोई माड़ा मोटा वध होवे, ਜਾਂ फिर हुण साडे भी अपने 2 हत्थ ने 2 पैर ने, सारे साडे सिर ते केस साडे भी आउंदे ने, पाकिस्तान वालिਆਂ ਦੇ भी नहीं आउंदे ने, अरब वालिਆਂ ਦੇ भी आउंदे, सारिਆਂ ਦੇ केस ਤਾਂ आउंदे ही ना सिर ते। परमात्मा ने बंदे ਨੂੰ ਇੱਕੋ ਜਿਹੀਆਂ चीज़ां दित्तियां ने। तो जे भाषा भी इवें दित्ती हुंदी तो भाषा भी फिर इक्को जी होनी सी, सारियां भाषावां जिन्नियां दुनिया ते होणगीਆਂ मनुख नूं आउंदियां हुंदियां। तो इस करके हरेक समाज की अपनी भाषा हुंदी है, किस हरेक समाज अपनी भाषा नूं ग्रहण करता हैगा। ये नहीं हैगा कि वो कुदरत ने उन्होंने कोई बख्शिश स्पैशल दित्ती हैगी है, कोई स्पैशल उन्होंने जिहड़ा हैगा एक उन्होंने प्रदान किया हैगा। तो इस करके जिहड़ा हैगा वो सभ्याचारक जिहड़ी हैगी उहदी धरोहर हुंदी हैगी है, समाजिक सभ्याचारक धरोहर हुंदी हैगी है। हुण भाषा दा मूल चरित्र है, जिहड़ी भाषा हैगी है इहदा मूल चरित्र की हैगा? मौखिकता है, संचार है, लिखती रूप है, जां चिन्ह है। हुण इहदे विच असीं मौखिकता नूं तां कंसीडर करांगे नहीं,
क्योंकि भाषा बोली तो मूँह तो ही जाती है ना, मौखिकता दे नाल ही उहदा उचार हुंदा, इहदा चरित्र दे नाल कोई लैण देण नहीं हैगा। ये तो उहदी प्रकृति है भाषा दी, भाषा दी प्रकृति है, उहदा चरित्र नहीं, उहदा करैक्टर नहीं। उहदा जिहड़ा नेचर ते करैक्टर दो अलग अलग पहलू ने। इस करके तुसीं भुलेखा इत्थे नहीं खाणागा कि भाषा मौखिकता दे नाल उहदा संबंध हैगा, चरित्र नहीं, ये उहदा प्रकृति है। भाषा दी मौखिकता बोली जाण वाली ये उहदी प्रकृति हैगी है, इस करके मौखिकता इहदे विच नहीं आउणी हैगी। उस तो बाद लिखती रूप, हुण तुसीं देखो भी कई भाषावां इहो जिहियां हुंदियां ने जिन्हां दा लिखती रूप हुंदा ही नहीं। उदाहरण के तौर पर पंजाब विच बोली जाण वाली बौरीए सिखां दी भाषा, कि वो बोलते तो हैगे उहनूं, कि उहदा लिखती रूप है कोई प्रतिष्ठित रूप है जिहदे विच वो लिख दिंदे होण कोई चीज़ नूं? नहीं हैगा। इस करके ये भी जरूरी नहीं कि भाषा का कोई लिखती रूप होवे। उस बाद आ जांदा चिन्ह। हुण चिन्ह तो उहदे ही होणगे ना जिहड़ी भाषा का लिखती रूप होऊगा, जां जिहड़ी भाषा का कोई संबंध होऊगा, चिन्ह भी फेर ही बनणगे जेकर उहदा कोई लैण देण दूजे नाल, कोई कम्यूनीकेशन दे नाल होऊगा, कोई उहदा संचार होऊगा तो उहदे चिन्ह बनने ने ना अगे जा करके। ते जे संचार ही नहीं तो चिन्ह काहदे बन जाणगे पिछों, जे कोई संचार ही ना किसी पक्ष का होऊगा। इस करके चिन्ह भी नहीं होणगे इत्थे। तो मूल उहदा हैगा संचार है। हुण संचार जिहड़ा हैगा, संचार ही दूजियां कारकां नूं जन्म दिंदा हैगा। तो संचार ही भाषा नूं जिहड़ा हैगा मूल भाषा बनाउंदा हैगा। तो संचार होऊगा तो चिन्ह बनणगे, चिन्ह बनणगे तो तुसीं भाषा के अर्थां नूं ग्रहण करोगे उदों बाद, अदरवाइज नहीं भाषा की कोई सार्थकता नहीं हैगी इत्थे। तो साडा नैक्सट हैगा सस्यूर अनुसार किहड़ी भाषा की पहलता है। सस्यूर कहता कि किहड़ी भाषा की जिहड़ी पहलता हैगी है। इत्थे फिर उही है, ना तो लिखत दा है, ना मौखिकता दा हैगा, ना ध्वनियात्मक दा है। इत्थे संचार की पहलता है। इत्थे संचार जिहड़ी हैगी है वो प्रथम हैगा, दूजियां गल्लां बाद दे विच होणगीਆਂ, क्योंकि मौखिकता दा मूल उहदा प्रकृति हैगी। मैं पहलां भी दस्सिया कि इहदा संबंध प्रकृति नाल है, उहदे करैक्टर नाल नहीं हैगा, उहदे करैक्टर नाल नहीं है, उहदी प्रकृति नाल हैगा। तो जिहड़ा ध्वनियात्मक जिहड़ा हैगा पद्धर है वो भी भाषा के मूल किरदार दे नाल संबंध नहीं रखता हैगा, वो साउंड है, क्योंकि उहदी सार्थकता ही नहीं हैगी कोई। तो अगला जिहड़ा हैगा साडे कोल वो है संचार। भाषा का मूल कारज की है। हाँ भी उस तो अगे आ गया साडा फिर भाषा की है। वजह भाषा हैगा इत्थे भी की हैगा, व्यक्तिगत संस्था है, परिवारक संस्था है, समाजिक संस्था है, या देशकाली संस्था हैगा। हुण इत्थे व्यक्ति का कोई लैण देण नहीं हैगा। व्यक्ति का की है, व्यक्ति भी किसी का अंग ही है ना। व्यक्ति कल्ला तो किधरों कोई आया नहीं हैगा किते। एक कल्ले एक अद्धे बंदे की भाषा थोड़ी हुंदी है कोई। हुण हरेक बंदा थोड़ी कहूगा जी मेरी भाषा फलानी है। एक संबंधित किसी एक मूल दे विच नाल ही जुड़िया होया ना, एक जड़ां दे नाल जुड़िया होया। जे हुण तुसीं कह दोगे कि जी एक फ्रूट हैगा जिहड़ा ते वो हवा दे विच किते लटकी जांदा है, ये तो इम्पॉसीबल हैगा, ये तो अति कथनी है। फ्रूट कासे दे नाल ही जुड़िया होऊ ना, पौधे दे नाल लग्या होऊगा, तुसीं उत्थे ही तोड़ोगे। तो इस करके कल्ला कह रहा तो कोई लैण देण ही नहीं है। भाषा का जिहड़ा हैगा व्यक्तिगत संस्था नहीं हुंदी। इस करके फिर आ गया परिवारक। हुण एक परिवार की भाषा थोड़ी हुंदी है। तुहाडा एक परिवार है, एक साडा जां तुहाडा किसी दा परिवार हैगा। हुण एक परिवार दूजा नालों वक्खरी भाषा थोड़ी बोलूगा। ठीक है कि पढ़े लिखे कई बंदे हैगे ने कि परिवार दे विच आपस में उन्हां दा संचार किसी संबंधित भाषा का, किसी विशिष्ट भाषा का संचार वो करते होण। जिवें अंग्रेजी च घरे गल्लां हुण बच्चे हिंदी च बोलते हैं जां कई अंग्रेजी च गल करते हैं, ये गल वक्खरी है। पर यह नहीं होऊगा कि वो परिवार जिहड़ा हैगा हर वेले ही अंग्रेजी च गल्लां करी जाऊगा। हुण सारे बंदे थोड़ी अंग्रेजी परिवार दे विच जानदे होणगे, जां सारे हिंदी थोड़ी जानदे होणगे। तो इस करके ये भी जिहड़ा हैगा ये साडी धारणा इत्थे इन्हां दी गलत हुंदी हैगी है कि जिहड़ी भाषा है वो परिवारक संस्था है, ये भी गलत है। तो उस तो बाद आ जाता हैगा भाषा समाजिक संस्था है। हाँ, भाषा एक समाज की संस्था है। हरेक समाज की अपनी भाषा हुंदी है, उस भाषा चों ही परिवार बनता है, उस भाषा चों ही व्यक्ति जिहड़ा बनता हैगा समाज दे विच्चों ही। तो इस करके असीं इत्थे ऑप्शन नूं ठीक करांगे कि भाषा जिहड़ी हैगी आ ओह समाज की संस्था है। और उस तो बाद कहंदा कि देशकाली संस्था है। हुण ना तां इत्थे देशकाली दा अर्थ हुंदा एक देश दी ते एक काल दी।
ਹੁਣ एक देश की एक भाषा थोड़ू होगी। हुण हिंदुस्तान दे विच 22 भाषावां बोलियां जांदियां ने ਜਿਹੜੀਆਂ संविधान के तौर पर प्रतिष्ठित मन्नियां जांदियां ने, संविधान ने जिन्हां नूं मानता दित्ती है। और उस तो बाद दे विच उन्हां दियां अगे डायलैक्ट ने बाहियां दियां किन्नियां बन जांदियां ने। उस तो बाद दे विच काली भी एक काल दी थोड़ो हैगी है भाषा भी। हुण गुरु साहिबान वेले पंजाबी दा रूप होर सी, अंग्रेज़ां वेले होर बन गया। उस तो बाद दे विच जिहड़ा आज़ादी वेले होर बनया, अज पंजाबी होर तरह बोली जाती है। हुण पंजाबी नूं पिजन के तौर पर पिजन बनाई जा रहे हैं, विच अंग्रेज़ी के शब्द जिहड़े घसोड़े जा रहे हैं। महाराजा रणजीत सिंह वेले फारसी के वर्ड यूज़ हुंदे सी। इस करके भाषा जिहड़ी एक काल दे विच जां एक भाषा जिहड़ी है वो डायक्रॉनिक है। सस्यूर ने उन्होंने कहा वो सर्बकाली है। सर्बकाल दे विच ही भाषा वक्री वक्री बन जाती कालां दे अनुसार। हुण एक पंजाबी है जिहड़ी पाणनी दे समय यही पंजाबी संस्कृत सीगी, तो भाषा जिहड़ी हैगी आ वो काल दी भी संस्था नहीं हैगी है, तो ये हैगी आ समाज दी संस्था। हुण इत्थे जिहड़ा हैगा साडे कोल आ गया भाषा ते भाषा विग्यान लिखी है। भाषा ते भाषा विग्यान एक भाषा विग्यान दी बड़ी चंगी प्रतिष्ठित किताब हैगी आ। तो इहदे विच जिहड़ा साडे कोल पहला आंसर हैगा वो है जसकीरत सिंह। जसकीरत सिंह नाम का कोई भाषा विग्यानी है ही नहीं है। फिर आ गया गुरकीरत सिंह, ना कोई गुरकीरत सिंह भाषा विग्यानी हैगा। फिर आ गया हरजीत सिंह। हुण हरजीत सिंह किहड़ा है, सभ्याचार वाला है ਜਾਂ भाषा विग्यान वाला हरजीत सिंह गिल है, ये बारे कोई नहीं पता सानू इत्थे किहड़ा हरजीत सिंह है। इस करके हरजीत सिंह की भी किताब ये नहीं है। ये किताब हैगी आ डॉक्टर हरकीरत सिंह की। डॉक्टर हरकीरत सिंह मन्ने परमन्ने भाषा विग्यानी ने, पंजाबी यूनिवर्सिटी पटियाला के लिंग्विस्टिक डिपार्टमेंट के प्रोफैसर ने। बहुत वड्डा उन्हां दा काम है भाषा विग्यान के खेत्र दे विच। प्रोफैसर साहब सिंह तो बाद पंजाबी जिहड़ी अपनी गुरमुखी दी जिहड़ी हैगी अपनी सॉरी गुरबाणी दी व्याकरण दो बंदियां ने लिखी हैगी आ। एक तो भाई जोगिंदर सिंह तलवाड़ा ने और दूसरे डॉक्टर हरकीरत सिंह ने। मूल रूप दे विच 1911 दे विच जन्मे डॉक्टर हरकीरत 1920 दे विच जन्मे डॉक्टर हरकीरत सिंह दा जिहड़ा जन्म हैगा वो हैगा रावलपिंडी दे कोल गंजीबार दे इलाके दे विच इन्हां दा जन्म होया। और उत्थों 1934 दे विच फौज दे विच भर्ती हुंदे ने और फौज दे विचों पेंशन आके डेपूटेशन ते प्रोफैसर लगदे ने पंजाबी यूनिवर्सिटी पटियाला दे। उत्थों ही PhD करते हैं डॉक्टर सीताराम बारी दे अंडर। तो PhD करन तो बाद दे विच यूनीवर्सिटी के विभाग दे विच ही प्रोफैसर के अहुदे तो प्रोफैसर एमिनस के अहुदे तो रिटायर हुंदे ने। आजीवन फैलो सी पंजाबी यूनिवर्सिटी पटियाला दे। और 2003 4 दे विच इन्हां दी जिहड़ी हैगी आ ओह डैथ हो जाती हैगी है, चलाना कर जाते हैं। सब तो इन्हां दा वड्डा काम जिहड़ा हैगा वो पंजाबी शब्द जोड़ कोश हैगा। इन्हां दी किताब बड़ी प्रतिष्ठित किताब है, पंजाबी यूनिवर्सिटी पटियाला ने छापी है। जिन्ने भी शब्द जोड़ां दे नियम ने अज वो डॉक्टर हरकीरत सिंह की किताब ते जिवें तुसीं सॉफ्टवेयर यूनिवर्सिटी का पढ़ो देखोगे ना अखर 2016 तो उहदे विच जिन्ने शब्द जोड़ां दे नियम ने वर्ड फॉर्मेशन के जिहड़े नियम बनाए गए ने वो डॉक्टर हरकीरत सिंह वाले ही लागू कीते हैगे ने। तो बड़ी वड्डी कंट्रीब्यूशन हैगी है डॉक्टर हरकीरत सिंह की। इस तो इलावा इन्हां दे सिर एक होर सिरा बजदा है पाणनी दे ट्रांसफॉर्मेशन ग्रामर नूं, रूपांतरी ग्रामर नूं सब तो पहलां इन्हां ने पंजाबी दे विच जिहड़ा सीगा ओह लिखिया सीगा, पंजाबी दे नियमां दे मुताबिक उहनूं लिखिया सीगा। फिर गुरबाणी दी व्याकरण लिखण वाले ये बड़े उच्च दमालड़े लेखक ने। उस तो बाद दे विच फिर इन्हां दी किताब हैगी आ कालज पंजाबी व्याकरण है ਗਿਆਨੀ ਲਾਲ ਸਿੰਘ ਦੇ ਨਾਲ। पंजाबी बारे इन्हां दी एक किताब है, पंजाबी भाषा दीयां विशेषतावां इन्हां दी किताब हैगी है। तो पंजाबी व्याकरण इन्हां दी किताब है। डॉक्टर बूटा सिंह बराड़ दे समविथ जे असीं देखीए जेकर व्याकरणकारां दी गल करिए पंजाबी दियां दी तो मैनूं लगदा कि डॉक्टर बूटा सिंह बराड़ तो पहलां जिहड़ा हैगा ये बड़े वड्डे मील पत्थर ने पंजाबी व्याकरण दे। पंजाबी व्याकरण का बड़ा प्रतिष्ठित नाम है डॉक्टर हरकीरत सिंह होरां दा। सो इन्हां दी ये किताब हैगी आ भाषा ते भाषा विग्यान किताब जिहड़ी है। तो नैक्सट जिहड़ी किताब है सिद्धांतक भाषा विग्यान। ये किताब ना जिहड़ी सिद्धांतक भाषा विग्यान हैगी आ ये मूल रूप दे विच जे असीं देखीए तो ये आधारित हैगी आ जॉन लायंस की किताब ये थ्योरेटिकल लिंग्विस्टिक्स के उपर उसे दे उत्ते आधारित किताब लिखी गई हैगी आ। तो ये जिहड़े लेखक ने ये ने डॉक्टर प्रेम प्रकाश सिंह धालीवाल भारती काव्य शास्त्र वाले। उस तो बाद इन्होंने ऑप्शन इत्थे होर भी पाइयां हरकीरत सिंह इहदे लेखक नहीं हैगे,
ਹਰਜੀਤ ਸਿੰਘ मैं अगे भी तुहानूं दस्सिआ, पता नहीं हरजीत सिंह गिल ने ਜਾਂ हरजीत सिंह ये ਜਿਹੜੇ ਨੇ ਸੱਭਿਆਚਾਰ ਵਾਲੇ ਨੇ, कोई होए ये भी नहीं ਇੱਥੇ ਹੈਗੇ। और ना ही डॉक्टर प्रेम सिंह ने। डॉक्टर प्रेम सिंह दिल्ली यूनिवर्सिटी के प्रोफैसर ने, JNU के प्रोफैसर से लिंग्विस्टिक डिपार्टमेंट के। उस तो बाद दिल्ली यूनिवर्सिटी के भी इन्होंने कुछ चिर सेवावां दित्तियां ने, ये भी व्याकरण के बड़े तगड़े प्रोफैसर होए ने। तो ये भी नहीं इत्थे हैगे ने। इत्थे ने डॉक्टर प्रेम प्रकाश सिंह धालीवाल। डॉक्टर प्रेम प्रकाश सिंह धालीवाल जिहड़े हैगे ने बड़े वड्डे विद्वान ने, खास करके पंजाबी पाठक नूं संस्कृत नाल जोड़न वाले, संस्कृत नियमां तो जाणू करवाउण दा जिहड़ा सिहरा हैगा वो डॉक्टर प्रेम प्रकाश सिंह दे सिर वजदा हैगा। 1926 दे विच जन्मे, मोगे दे विच 1926 दे विच जन्मे डॉक्टर प्रेम प्रकाश सिंह ने जिहड़ा सीगा वो हिंदू यूनिवर्सिटी बनारस तो जिहड़ा सीगा शास्त्री दी विद्या लई, क्वीन कॉलेज बनारस तो, और पंजाब यूनिवर्सिटी तो 1954 दे विच इन्हां ने संस्कृत दी MA, तो उस तो बाद दे विच खालसा कॉलेज दे विच अध्यापन शुरू किया सीगा। मुढ़ला नाम बख्तावरानंद दे नाल मशहूर रहे ने। और 1972 ईस्वी दे विच फिर यह PhD करते हैं डॉक्टर सुरिंदर सिंह कोहली की अगवाई दे विच गुरु नानक ते निर्गुण धारा के टॉपिक के अंडर इन्होंने PhD की। भारती काव्य शास्त्र, काव्य दे तत्त, प्रीतम सिंह सफीर, प्रोफैसर मोहन सिंह का कावलोक, ਜਿਹੜੀਆਂ ਇਹਨਾਂ ਦੀਆਂ ਸਿਧਾਂਤਕ ਭਾਸ਼ਾ ਵਿਗਿਆਨ, रूप विज्ञान ते पंजाबी शब्द रचना, तो पंजाबी भाषा स्रोत ते बनतर, पंजाबी भाषा दीयां विशेषतावां, ਜਿਹੜੀਆਂ पंजाबी लैंगुएज ए जेनेटिक अप्रोच, इन्हां दीयां मुख किताबां ने। बहुत वड्डा इन्हां दा काम है, 1 दर्जन दे तकरीबन इन्हां ने ਜਿਹੜੀਆਂ ਹੈਗੀਆਂ सिद्धांत दीयां किताबां पंजाबी ਸਾਹਿਤ ਨੂੰ ਦਿੱਤੀਆਂ ਹੈਗੀਆਂ ਨੇ। और डॉक्टर साहब ਦੀ ਸਭ ਤੋਂ ਵੱਡੀ ਜਿਹੜੀ ਉਹ ਦੇਣ ਇਹਨਾਂ ਦੀ ਹੈਗੀ ਆ ਉਹ ਹੈ ਭਾਰਤੀ ਕਾਵਿ ਸ਼ਾਸਤਰ। ਹੁਣ ਤੱਕ ਭਾਰਤੀ ਕਾਵਿ ਸ਼ਾਸਤਰ ਜਿਹੜੇ ਹੈਗੇ ਨੇ ਉਹ ਸੰਸਕ੍ਰਿਤ ਕਾਵਿ ਸ਼ਾਸਤਰ ਇੱਕ ਤੇ ਬਾਬੂ ਗੁਲਾਬ ਰਾਏ ਵਾਲਾ ਸੀਗਾ, ਭਾਸ਼ਾ ਵਿਭਾਗ ਨੇ ਛਾਪਿਆ ਸੀ। ਦੂਸਰਾ ਡਾਕਟਰ ਸਾਹਿਬ ਨੇ ਲਿਖਿਆ 1964 ਦੇ ਵਿੱਚ ਭਾਰਤੀ ਕਾਵਿ ਸ਼ਾਸਤਰ। ਔਰ ਇੱਕ ਹੁਣ 2017 ਦੇ ਵਿੱਚ ਲੇਟੈਸਟ ਕਾਵਿ ਸ਼ਾਸਤਰ ਪੰਜਾਬੀ ਯੂਨੀਵਰਸਿਟੀ ਨੇ ਪਟਿਆਲਾ ਨੇ ਛਪਾਇਆ ਸੁਖਦੇਵ ਸ਼ਰਮੇਂਗ ਦੇ ਕੋਲੋਂ। ਵਿਸ਼ਵੇਸ਼ਵਰਾਨੰਦ ਇੰਸਟੀਚਿਊਟ ਦਾ ਉਹ ਪ੍ਰੋਫੈਸਰ ਹੈਗਾ ਬੰਦਾ, GNDU ਤੋਂ ਰਿਟਾਇਰਡ ਹੈ। ਪਰ ਡਾਕਟਰ ਸਾਹਿਬ ਨੇ ਜਿਹੜਿਆਂ ਮੁੱਲਾਂ ਦੇ ਨਾਲ, ਸੰਸਕ੍ਰਿਤ ਮੁੱਲਾਂ ਦੇ ਨਾਲ ਉਹ ਪੰਜਾਬੀ ਪਾਠਕ ਵਰਗ ਨੂੰ ਜਿਹੜਾ ਸੀਗਾ ਉਹ ਜਾਣੂ ਕਰਵਾਇਆ, ਉਸ ਦਾ ਕਿਧਰੇ ਵੀ ਦੇਣ ਨਹੀਂ ਦਿੱਤਾ ਜਾ ਸਕਦਾ। ਇਸ ਕਰਕੇ ਇਹਨਾਂ ਦਾ ਬੜਾ ਵੱਡਾ ਨਾਂ ਹੈ ਪੰਜਾਬੀ ਆਲੋਚਨਾ ਦੇ ਖੇਤਰ ਦੇ ਵਿੱਚ, ਭਾਰਤੀ ਕਾਵਿ ਸ਼ਾਸਤਰ ਦੇ ਖੇਤਰ ਦੇ ਵਿੱਚ, ਔਰ ਪੰਜਾਬੀ ਭਾਸ਼ਾ ਵਿਗਿਆਨ ਦੇ ਖੇਤਰ ਦੇ ਵਿੱਚ। ਬੜੀ ਵੱਡੀ ਚੰਗੀ ਕਿਤਾਬ ਹੈਗੀ ਇਹਨਾਂ ਦੀ ਸਿਧਾਂਤਕ ਭਾਸ਼ਾ ਵਿਗਿਆਨ, ਜਿਹਦੇ 'ਚ ਭਾਸ਼ਾ ਦੇ ਨਿਯਮਾਂ ਨੂੰ ਇਹਨਾਂ ਨੇ ਬੜਾ ਸੁਖੈਨ ਸੁਚੱਜੇ ਢੰਗ ਨਾਲ ਉਘਾੜਿਆ ਹੈਗਾ। ਰੂਪਾਂਤਰੀ ਨਿਯਮਾਂ ਨੂੰ ਵੀ ਇਹਨਾਂ ਨੇ ਚਮਸਕੀ ਦੇ ਨੂੰ ਵਿਖਿਆਨ ਕੀਤਾ ਹੈ, ਸਸਿਊਰ ਦੇ ਨਿਯਮ ਵੀ ਇਹਦੇ ਵਿੱਚ ਬਿਆਨ ਕੀਤੇ ਗਏ ਨੇ, ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਨੂੰ ਜ਼ਾਹਰ ਕੀਤਾ ਹੈ, ਭਾਸ਼ਾ ਦਾ ਜਿਹੜਾ ਹੈਗਾ ਪ੍ਰਕਿਰਤੀ ਨੂੰ ਵਿਖਿਆਨ ਕਰਦੇ ਨੇ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਕਈ ਅਗਲੇ ਚੈਪਟਰਾਂ ਦੇ ਵਿੱਚ ਗੁਰਮੁਖੀ ਦੀਆਂ ਵਿਸ਼ੇਸ਼ਤਾਵਾਂ ਨੇ, ਗੁਰਮੁਖੀ ਦੀ ਵਿਭਕਤੀ ਮੂਲਕਤਾ ਨੂੰ ਉਜਾਗਰ ਕੀਤਾ ਹੈ, ਰੂਪ ਵਿਗਿਆਨ ਦੇ ਵਿਸ਼ਿਆਂ ਨੂੰ ਛੋਇਆ, ਤੇ ਬੜਾ ਡੀਪਲੀ ਇਹਨਾਂ ਨੇ ਹੈਗਾ ਫੋਨੈਟਿਕਸ ਤੇ ਫੋਨੋਲੋਜੀ ਦੇ ਪੱਧਰ ਤੇ ਪੰਜਾਬੀ ਦਾ ਅਧਿਐਨ ਕੀਤਾ ਹੈਗਾ ਇਸ ਕਿਤਾਬ ਦੇ ਵਿੱਚ। ਕਿਹੜੀ ਭਾਸ਼ਾ ਦਾ ਜਿਹੜਾ ਹੈਗਾ ਉਹ ਖੇਤਰ ਜਿਹੜਾ ਹੈਗਾ ਉਹ ਕਹਿੰਦਾ ਵਿਸ਼ਾਲ ਹੁੰਦਾ ਹੈ। ਕਿਹੜੀ ਭਾਸ਼ਾ ਦਾ ਖੇਤਰ ਜਿਹੜਾ ਹੈ ਇੱਥੇ ਵਿਸ਼ਾਲ ਹੁੰਦਾ ਹੈ। ਹੁਣ ਲਿਖਤ ਦਾ ਜਿਹੜਾ ਹੈਗਾ ਉਹ ਵੀ ਐਡਾ ਵੱਡਾ ਨਹੀਂ ਖੇਤਰ ਹੁੰਦਾ, ਲਿਖਤ ਵੀ ਭਾਸ਼ਾ ਦਾ ਖੇਤਰ ਛੋਟਾ ਹੀ ਹੁੰਦਾ ਹੈ। ਹੁਣ ਜੇ ਇੱਥੇ ਕੁਛ ਉਰਦੂ ਲਿਖਣ ਵਾਲੇ ਹੋਣਗੇ ਜੀ, ਕੁਛ ਪੰਜਾਬੀ ਲਿਖਣ ਵਾਲੇ ਹੋਣਗੇ, ਕੁਛ ਜਿਹੜੇ ਹੈਗੇ ਨੇ ਉਹ ਆਪਣੇ ਅੰਗਰੇਜ਼ੀ ਲਿਖਣ ਵਾਲੇ ਹੋਣਗੇ, ਤਾਂ ਇਸ ਕਰਕੇ ਉਹਦਾ ਖੇਤਰ ਵੀ ਵਿਸ਼ਾਲ ਹੁੰਦਾ। ਅਤੇ ਕਈਆਂ ਨੂੰ ਲਿਖਣੀ ਆਉਂਦੀ ਨਹੀਂ ਹੁੰਦੀ, ਅਕਸਰ ਹਰੇਕ ਬੰਦਾ ਤੇ ਥੋੜ੍ਹੀ ਹੈ ਜਿਹੜਾ ਲਿਖ ਲੈਂਦਾ ਹੋਊਗਾ ਭਾਸ਼ਾ। ਹੁਣ ਸਮਾਜ ਦੇ ਵਿੱਚ, ਪਿੰਡ ਦੇ ਵਿੱਚ ਹੀ ਅਸੀਂ ਗੱਲ ਕਰੀਏ, ਪਰਿਵਾਰ ਦੇ ਵਿੱਚ ਇੱਕ ਨੂੰ ਲਿਖਣੀ ਆਉਂਦੀ ਹੁੰਦੀ ਹੈ, ਦੋਵਾਂ ਨੂੰ ਨਹੀਂ ਲਿਖਣੀ ਆਉਂਦੀ ਹੁੰਦੀ। ਇਸ ਕਰਕੇ ਇਹ ਸਾਡਾ ਜਿਹੜਾ ਤੱਥ ਹੈਗਾ ਉਹ ਕਾਬਲੇ ਗੌਰ ਨਹੀਂ ਹੈਗਾ ਇੱਥੇ। ਨੈਕਸਟ ਹੈਗਾ ਮੌਖਿਕਤਾ। ਹਾਂ, ਮੌਖਿਕਤਾ ਭਾਸ਼ਾ ਦਾ ਖੇਤਰ ਵਿਸ਼ਾਲ ਹੁੰਦਾ ਹੈ। ਮੌਖਿਕਤਾ ਦਾ ਅਰਥ ਹੁੰਦਾ ਹੈ ਵੀ ਬੋਲਦਾ ਤਾਂ ਹਰੇਕ ਹੀ ਹੈ, ਭਾਵੇਂ ਤਾਂ ਉਹ ਗੁੰਗਾ ਹੈ ਤਾਂ ਵੀ ਊਂ ਕਰੀ ਜਾਊਗਾ ਉਹ, ਭਾਵੇਂ ਕੋਈ ਉਹ ਬਹਿਰਾ ਹੈ ਤਾਂ ਵੀ ਬੋਲੂਗਾ, ਭਾਵੇਂ ਅਨਪੜ੍ਹ ਹੈ ਤਾਂ ਵੀ ਬੋਲੂਗਾ, ਤੇ ਜੇ ਪੜ੍ਹਿਆ ਲਿਖਿਆ ਤੇ ਬੋਲਣਾ ਹੀ ਬੋਲਣਾ ਹੈ। ਇਸ ਕਰਕੇ ਜਿਹੜਾ ਹੈਗਾ ਮੌਖਿਕਤਾ ਦਾ ਖੇਤਰ ਹੈਗਾ, ਜਿਹੜਾ ਮੂੰਹ ਬੋਲੀ ਦਾ ਭਾਸ਼ਾ ਦਾ ਖੇਤਰ ਹੈ, ਉਹ ਵਿਸ਼ਾਲ ਹੁੰਦਾ ਹੈ। ਇਹ ਸਾਡਾ ਆਨਸਰ ਇੱਥੇ ਠੀਕ ਆਊਗਾ। ਤੇ ਲਾਂਗ ਦਾ ਜਿਹੜਾ ਹੈਗਾ, ਲਾਂਗ ਤੇ ਇੱਕ ਸਮਾਜ ਦੀ ਭਾਸ਼ਾ ਹੈ, ਇੱਕ ਸਮਾਜ ਤੱਕ ਉਹਦਾ ਘੇਰਾ ਬਣਿਆ ਹੋਇਆ, ਇੱਕ ਸਮਾਜ ਦੇ ਬਸ਼ਿੰਦਿਆਂ ਦੀ ਭਾਸ਼ਾ ਨੂੰ ਸਸਿਊਰ ਲਾਂਗ ਕਹਿੰਦਾ ਹੈ। ਇਸ ਕਰਕੇ ਇਹ ਵੀ ਸਾਡੇ ਕੋਲ ਇੱਥੇ ਨਹੀਂ ਹੈਗਾ। ਤੇ ਡੀ ਸਮਾਜਿਕ ਭਾਸ਼ਾ ਦਾ ਜਿਹੜਾ ਹੈਗਾ ਉਹ ਵੀ ਸਮਾਜ ਦਾ ਵੀ ਇੱਕ ਖੇਤਰ ਹੀ ਹੈ। ਆਹ ਸਮਾਜ ਜੀ ਪੰਜਾਬੀ ਬੋਲਦਾ ਹੈ, ਉੱਧਰਲਾ ਸਮਾਜ ਹਿੰਦੀ ਬੋਲਦਾ, ਪਰਲਾ ਸਮਾਜ ਜਿਹੜਾ ਹੈਗਾ ਉਹ ਮਰਾਠੀ ਬੋਲੂਗਾ। ਤਾਂ ਇਸ ਕਰਕੇ ਸਮਾਜ ਦਾ ਵੀ ਇੱਕ ਆਪਣਾ ਹੀ ਘੇਰਾ ਹੁੰਦਾ, ਇੱਕ ਛੋਟਾ ਜਿਹਾ ਪੱਧਰ ਹੁੰਦਾ ਸਮਾਜ ਦਾ ਵੀ।
तो भाषा का जिहड़ा खेत्र आ, सब तो वड्डा खेत्र आ हुंदा मौखिक, जिहड़ी भाषा बोलदी भावें होवे कोई भी, पर जिहड़ा बोलिया जाण वाला खेत्र है वो सब तो विशाल हुंदा है। अगला हैगा साडे कोल कि भाखा की है। वो कहंदा ठेठ भाषा, ठेठ भाषा हुंदी जिहड़ी आम मुहावरेदार बोली, ये भी नहीं है। ये भी नहीं है। फिर अशुद्ध पंजाबी भाषा, ये भी नहीं है। अशुद्धता का की, भाषा शुद्ध या शुद्ध नहीं हुंदी, पहली गल तो ये क्लीयर हैगी है। जिहड़ी भाषा हुंदी वो ना शुद्ध हुंदी है ना शुद्ध हुंदी हैगी है, भाषा हमेशा ही शुद्ध हुंदी है, ये भी नहीं है। फिर उस तो बाद आ गया भाषा, ये भी नहीं हैगा। हुण जे भाखा है तो भाषा तो नहीं थोड़ी होएगा, ये भी साडा इत्थे नहीं है। इत्थे आएगा बोल चाल दी भाषा। भाखा का अर्थ हुंदा है, हुण तुसीं दसम ग्रंथ नूं पढ़ोगे ना, उहदे विच लिखिआ खत्रियन धर्म छोड़िया मलेश भाखा गही। तो भाखा हुंदा मलेश दी भाखा बोली, जिहड़ी तुसीं मूँह दे विचों उचारण करदे हो वो भाखा है। गुरबाणी दे विच एक थां होर भी लिखिआ कि भाख्या भौ अपार, जपजी साहब दे विच लिखिआ होया भाख्या भौ अपार। भाख्या है जिहड़ा तुसीं मूँह दे विचों उचारण करदे बोली बोलदे हो, उहनूं भाख्या आख्या जांदा, जो तुहाडी भाख्या है। तो आम भी ना जिहड़ा हैगा तुसीं सुणिआ होना हैगा कि पिंड दे विच एक मुहावरा हुंदा लोकां कि लोकां दी भाई भाख्या भौ पूरी होऊगी। हुण भाख्या भौ दा अर्थ हुंदा लोकां दी कथनी, कहनी कथनी, जो लोग कहिंदे ने भाख्या कढ़दे ने, मूँह चों आपदी गल दसदे ने, बोल चाल करदे ने। तो इस करके जिहड़ा इहदा आंसर हैगा वो होएगा जी बोल चाल दी भाषा आएगा साडा आंसर। भाषा आप हुदरे धुनी प्रतीकां दा सिस्टम है, परिभाषा मिलती है। ये किस दी परिभाषा है? वो कहंदा कि भाषा आप हुदरे जिहड़ा हैगा वो धुनी प्रतीकां दा जिहड़ा हैगा सिस्टम है। मैक्स मूलर दी है, ब्लॉक ते ट्रैगर दी है, चमस्की दी है जां सस्यूर दी है। हुण सस्यूर ने भाषा नूं जिहड़ा सीगा आप हुदरी मन्निया है, आप हुदरे चिन्हां दा सिस्टम आख्या भाषा नूं सस्यूर ने। इस करके इत्थे टपला नहीं खाना सस्यूर दा। कई बार असीं की करदे हां इत्थे टपला खा जाने हैगे आ कि इत्थे सस्यूर ने कहा हैगा, ये सस्यूर दी परिभाषा नहीं हैगी। मैक्स मूलर दा संबंध भाषा विग्यान नाल नहीं, कदाचित नहीं। मैक्स मूलर ने जिहड़ा हैगा मध्यकाली पुरातन संस्कृत दा जिहड़ा विद्वान है, ਉਹਨੇ ਉਹਦਾ ਜਿਹੜਾ ਸੰਬੰਧ ਭਾਸ਼ਾ ਵਿਗਿਆਨ ਦੇ ਨਾਲ ਨਹੀਂ ਹੈਗਾ, ਉਹਦਾ ਵਿਦਾਂਤ ਲਿਟਰੇਚਰ ਨਾਲ, ਸੰਸਕ੍ਰਿਤ ਵਾਗਮय ਨਾਲ ਸੰਬੰਧ ਹੈ, ਇਸ ਕਰਕੇ ਉਹਦੀ ਵੀ ਪਰਿਭਾਸ਼ਾ ਨਹੀਂ ਹੈਗੀ। ਨੌਮ ਚਮਸਕੀ ਦਾ ਵੀ ਸੰਬੰਧ ਇਸ ਚੀਜ਼ ਦੇ ਨਾਲ ਨਹੀਂ। ਜਿਹੜਾ ਨੌਮ ਚਮਸਕੀ ਹੈਗਾ ਉਹ ਸਿੰਟੈਟਿਕ ਸਟਰਕਚਰਸ ਦੇ ਵਿੱਚ ਭਾਸ਼ਾ ਦੀ ਜਿਹੜਾ ਹੈਗਾ ਉਹ ਸਮਰੱਥਾ ਦੀ ਗੱਲ ਕਰਦਾ, ਨਿਭਾਓ ਦੀ ਗੱਲ ਕਰਦਾ, ਯੋਗਤਾ ਦੀ ਗੱਲ ਕਰਦਾ। ਉਸ ਤੋਂ ਬਾਅਦ ਦੇ ਵਿੱਚ ਉਹ ਡੀਪ ਐਂਡ ਸਰਫੇਸ ਸਟਰਕਚਰ की गल करता है, भाषा नूं वाकां दा समूह मानता है। तो ये भी उहदी परिभाषा नहीं हैगी। ये हैगी जिहड़ी इत्थे टर्सर लिखिया होया ट्रिगर हैगा इहदा नाम, इहदा इत्थे नाम है ट्रिगर। ब्लॉक ते ट्रिगर की परिभाषा है, वो भाषा नूं आप हुदरे धुनी चिन्हां ते धुनी प्रतीकां दा सिस्टम मानते हैगे। तो भाषा नूं संबंधां दा सिस्टम किसने कहा है? ਇਹਦੇ ਵਿੱਚ ਸਾਡੇ ਕੋਲੇ ਜਿਹੜੇ 4 ਆਪਸ਼ਨਸ ਨੇ। ਇਹਦੇ ਵਿੱਚ ਸੰਬੰਧਕੀ ਵਿਆਕਰਨ ਦਾ ਜਿਹੜਾ ਪ੍ਰਵਕਤਾ ਇਹਨਾਂ ਦੇ ਵਿੱਚੋਂ ਹੈਗਾ ਹੈਰਸ ਤੇ ਮੈਕਸ ਜਿਹੜੇ ਹੈਗੇ ਨੇ, ਮੈਕਮਿਲਨ ਜਿਹੜੇ ਹੈਗੇ ਨੇ, ਇਹ ਪੱਛਮੀ ਕਾਵਿ ਸ਼ਾਸਤਰੀ ਹੈਗੇ ਨੇ, ਇਸ ਕਰਕੇ ਇਹਨਾਂ ਦਾ ਲੈਣ ਦੇਣ ਨਹੀਂ ਹੈਗਾ। ਜੌਨ ਲਾਇਨਜ਼ ਨੇ ਥਿਓਰੈਟੀਕਲ ਲਿੰਗੁਇਸਟਿਕਸ ਲਿਖਿਆ, ਪਰ ਭਾਸ਼ਾ ਦੇ ਸਿਧਾਂਤਕ ਪੱਖਾਂ ਨੂੰ ਉਘਾੜਿਆ, ਪਰ ਕੋਈ ਆਪਣੇ ਵੱਲੋਂ ਨਿੱਜੀ ਉਹਦੇ ਆਪਣੀ ਵਿਚਾਰ ਪੇਸ਼ ਨਹੀਂ ਉਹਦੇ ਵਿੱਚ ਕੀਤਾ ਉਹਨੇ। कोई वो निजी वो जी हैगी आ स्थापित धारणा नहीं हैगी जॉन लाइन्स की। वो किताब का नाम है थ्योरैटिकल लिंगुइस्टिक्स। तो वो भी नहीं दिंदा हैगा, अपना सिद्धांत पेश नहीं करता। तो यदा जोड़ा आंसर सही होएगा वो हैगा जोनाथन कूलर ने जोड़ा आख्या कि भाषा संबंधां का सिस्टम है, संरचनावादी है जोनाथन कूलर। वो कहता कि जोड़ा भाषा संबंधां का सिस्टम हैगा, संबंधां का जोड़ा वो एक प्रकार की कड़ीदार जिहड़े संबंध जुड़े ने, जो सस्यूर ने एक्सप्लेन किया ना, संरचनावादी रूपवादी सस्यूर है, उसे नूं ही उसने अगे एक्सप्लेन किया जोनाथन कूलर ने जिहड़ा हैगा। तो नैक्सट जिहड़ी हैगी है स्टोरी ऑफ लैंग्वेज, किताब किस दी है? साडे कोल इत्थे 4 ऑप्शनस ने, मेरियोपोई, रॉबिनसन, हाल
ਤੇ ਜੌਨ ਲਾਇਨਜ਼। ਇਹਦੇ ਵਿੱਚ ਸਾਡਾ ਜਿਹੜਾ ਸਹੀ ਆਨਸਰ ਆਏਗਾ ਜੀ ਉਹ ਜੌਨ ਲਾਇਨਜ਼ ਹੈ। ਇਹਨਾਂ ਦੀ ਕਿਤਾਬ ਇਹ ਨਹੀਂ ਹੈਗੀ ਸਾਰਿਆਂ ਦੀ। ਪੁਆਧੀ ਉਪਭਾਸ਼ਾ ਦਾ ਵਿਆਕਰਨ ਕਿਸ ਨੇ ਤਿਆਰ ਕੀਤਾ? ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਨੇ। ਇਹਨਾਂ ਨੇ ਪੁਆਧੀ ਭਾਸ਼ਾ ਤੇ ਕੰਮ ਨਹੀਂ ਕੀਤਾ, ਇਹ ਮੈਂ ਤੁਹਾਨੂੰ ਦੱਸ ਚੁੱਕਾ ਹਾਂ। ਇਹਨਾਂ ਦਾ ਕੰਮ ਭਾਰਤੀ ਕਾਵਿ ਸ਼ਾਸਤਰ ਤੇ ਭਾਸ਼ਾ ਸ਼ਾਸਤਰ ਤੇ ਔਰ ਭਾਸ਼ਾ ਵਿਗਿਆਨ ਤੇ ਹੈਗਾ। ਇਹਨਾਂ ਦਾ ਕੰਮ ਵਿਆਕਰਨ ਤੇ ਨਹੀਂ ਹੈ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਨੇ ਕੋਈ ਵੀ ਵਿਆਕਰਨ ਨਹੀਂ ਲਿਖਿਆ। ਉਹਨਾਂ ਦਾ ਮੂਲ ਕੰਮ ਭਾਸ਼ਾ ਦੇ ਹਿਸਟੋਰੀਕਲ ਬੈਕਗਰਾਉਂਡ ਦੇ ਉੱਪਰ ਹੀ ਰਿਹਾ ਹੈਗਾ ਤੇ ਕਾਵਿ ਸ਼ਾਸਤਰ ਦੇ ਉੱਪਰ। ਜੋਗਿੰਦਰ ਸਿੰਘ ਪੁਆਰ ਨੇ ਭਾਰਤੀ ਜਿਹੜਾ ਹੈਗਾ ਉਹ ਵਿਆਕਰਨ ਤਾਂ ਲਿਖੇ ਨੇ ਪਰ ਪੰਜਾਬੀ ਦੇ ਵਿਆਕਰਨ ਲਿਖੇ ਹੈਗੇ ਨੇ। ਉਹਨੇ ਪੁਆਧੀ ਦਾ ਸਪੈਸ਼ਲੀ ਵਿਆਕਰਨ ਕੋਈ ਨਹੀਂ ਲਿਖਿਆ। ਵੇਦ ਅਗਨੀਹੋਤਰੀ ਦੇ ਨਾਲ ਤੇ ਡਾਕਟਰ ਸੁਖਿੰਦਰ ਸਿੰਘ ਸੰਘੇ ਦੇ ਨਾਲ ਔਰ ਡਾਕਟਰ ਬਲਦੇਵ ਸਿੰਘ ਚੀਮਾ ਹੋਰਾਂ ਦੇ ਨਾਲ ਰਲ ਕੇ ਉਹਨਾਂ ਨੇ ਜਿਹੜਾ ਹੈਗਾ ਪੰਜਾਬੀ ਵਿਆਕਰਨ ਲਿਖਿਆ, ਪਰ ਉਹਦੇ ਵਿੱਚ ਪੁਆਧੀ ਦੀ ਕਿਧਰੇ ਗੱਲ ਨਹੀਂ ਹੋਈ। ਓਨਾ ਹੀ ਮਾਨਤਾ ਹੈ ਜਿੰਨੀ ਦੂਜੀਆਂ ਉਪਭਾਸ਼ਾਵਾਂ ਦੀ ਗੱਲ ਕੀਤੀ ਹੈ। ਸਪੈਸ਼ਲ ਕਿਸੇ ਡਾਇਲੈਕਟ ਦਾ ਵਿਆਕਰਨ ਜੋਗਿੰਦਰ ਸਿੰਘ ਪੁਆਰ ਨੇ ਨਹੀਂ ਲਿਖਿਆ ਹੈਗਾ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਲਵੀਰ ਸਿੰਘ ਸੰਧੂ। ਹਾਂ, ਬਲਵੀਰ ਸਿੰਘ ਸੰਧੂ ਨੇ ਜਿਹੜਾ ਹੈਗਾ ਉਹ ਪੰਜਾਬੀ ਉਪਭਾਸ਼ਾ ਦਾ ਵਿਆਕਰਨ ਲਿਖਿਆ ਹੈਗਾ। ਮੂਲ ਰੂਪ ਦੇ ਵਿੱਚ ਬਲਵੀਰ ਸਿੰਘ ਸੰਧੂ ਦਾ ਸੰਬੰਧ ਜਿਹੜਾ ਹੈਗਾ ਉਹ ਫੋਨੈਟਿਕਸ ਦੇ ਨਾਲ ਹੈ। ਧੁਨੀ ਵਿਗਿਆਨੀ ਸੀਗਾ ਬਲਵੀਰ ਸਿੰਘ ਸੰਧੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ। ਔਰ ਇਸ ਬੰਦੇ ਨੇ ਜਿਹੜਾ ਹੈਗਾ ਸਪੈਸ਼ਲੀ ਪੁਆਧੀ ਉਪਭਾਸ਼ਾ ਦਾ ਵਿਆਕਰਨ ਲਿਖਿਆ ਸੀਗਾ। ਡਾਕਟਰ ਕਾਲਾ ਸਿੰਘ ਬੇਦੀ ਨੇ ਵੀ ਜਿਹੜਾ ਹੈਗਾ ਉਹ ਲਿਪੀ ਬਾਰੇ ਤਾਂ ਲਿਖਿਆ, ਭਾਸ਼ਾ ਵਿਗਿਆਨ ਬਾਰੇ ਬਹੁਤਾ ਨਹੀਂ ਲਿਖਿਆ ਉਹਨਾਂ ਨੇ। ਲਿਪੀ ਦਾ ਵਿਕਾਸ ਉਹਨਾਂ ਦੀ ਇੱਕ ਕਿਤਾਬ ਹੈਗੀ, ਬੜੀ ਚੰਗੀ ਕਿਤਾਬ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਡਾਕਟਰ ਕਾਲਾ ਸਿੰਘ ਬੇਦੀ, ਔਰ ਇਹਨਾਂ ਨੇ ਵੀ ਇਹ ਵਿਆਕਰਨ ਨਹੀਂ ਲਿਖਿਆ। ਸਾਡਾ ਜਿਹੜਾ ਸਹੀ ਆਨਸਰ ਆਏਗਾ ਜੀ ਉਹ ਸੀ ਆਏਗਾ। ਹੁਣ ਆ ਗਿਆ ਭਾਸ਼ਾ ਵਿਗਿਆਨ ਕੀ ਹੈ। ਹੁਣ ਭਾਸ਼ਾ ਵਿਗਿਆਨ ਦੇ ਵਿੱਚ ਉਹ ਕਹਿੰਦਾ ਕਿ ਭਾਸ਼ੀ ਗਿਆਨ ਹੈ। ਹੁਣ ਵਿਗਿਆਨ ਹੋਰ ਚੀਜ਼ ਆ, ਗਿਆਨ ਹੋਰ ਚੀਜ਼ ਹੈ। ਕਿਸੇ ਚੀਜ਼ ਦਾ ਗਿਆਨ ਹੋਣਾ ਤੇ ਵਿਗਿਆਨ ਦੋ ਅਲੱਗ-ਅਲੱਗ ਪਹਿਲੂ ਨੇ। ਗਿਆਨ ਹੋਣਾ ਤੁਹਾਨੂੰ ਵੈਸੇ ਨੌਲੇਜ ਹੈ, ਔਰ ਵਿਗਿਆਨ ਹੈ ਤਰਕ ਦੀ ਗੱਲ ਕਰਦਾ ਹੈਗਾ, ਜਿੱਥੇ ਪ੍ਰੈਕਟੀਕਲ ਦੀ ਗੱਲ ਕਰਦਾ, ਜਿੱਥੇ ਉਹ ਪ੍ਰਯੋਗ ਦੀ ਗੱਲ ਕਰਦਾ। ਇਸ ਕਰਕੇ ਜਿਹੜਾ ਬਹੁਭਾਸ਼ੀ ਵਿਗਿਆਨ ਹੈਗਾ ਉਹ ਇਹਦਾ ਆਨਸਰ ਨਹੀਂ ਆਏਗਾ। ਵਿਸ਼ੇਸ਼ ਭਾਸ਼ਾ ਦਾ ਗਿਆਨ, ਹੁਣ ਇਹ ਵੀ ਕੋਈ ਵਿਸ਼ੇਸ਼ ਭਾਸ਼ਾ ਦਾ ਨਹੀਂ, ਕਿਉਂਕਿ ਭਾਸ਼ਾ ਵਿਗਿਆਨ ਦੇ ਵਿੱਚ ਤਾਂ ਸਾਰੀਆਂ ਭਾਸ਼ਾਵਾਂ ਦਾ ਹੀ ਉਹ ਤਾਂ ਅਧਿਐਨ ਕਰਦਾ ਹੈਗਾ। ਉਹ ਤਾਂ ਹਰੇਕ ਭਾਸ਼ਾ ਦੀ ਪ੍ਰਕਿਰਤੀ ਦੀ ਗੱਲ ਕਰਦਾ। ਭਾਸ਼ਾ ਦੀ ਪ੍ਰਕਿਰਤੀ ਤਾਂ ਸਾਂਝੀ ਹੈ ਨਾ, ਕੋਈ ਵਿਸ਼ੇਸ਼ ਅਲੱਗ ਤਾਂ ਹੁੰਦੀ ਨਹੀਂ। ਜੇ ਇੱਕ ਭਾਸ਼ਾ ਦੀ ਪ੍ਰਕਿਰਤੀ ਸੰਚਾਰ ਕਰਨਾ ਹੈਗਾ ਤੇ ਦੂਜੀ ਭਾਸ਼ਾ ਦੀ ਪ੍ਰਕਿਰਤੀ ਕੀ ਹੈ, ਤਾਂ ਇਸ ਕਰਕੇ ਜਿਹੜਾ ਹੈਗਾ ਉਹ ਵਿਸ਼ੇਸ਼ ਭਾਸ਼ਾ ਦਾ ਗਿਆਨ ਵੀ ਨਹੀਂ ਆਊਗਾ ਇਹਦੇ ਵਿੱਚ। ਭਾਸ਼ਾ ਵਿਸ਼ਲੇਸ਼ਣ, ਠੀਕ ਹੈ, ਭਾਸ਼ਾ ਵਿਸ਼ਲੇਸ਼ਣ ਕੁਝ ਹੱਦ ਤੱਕ ਠੀਕ ਹੈ, ਭਾਸ਼ਾ ਦਾ ਵਿਸ਼ਲੇਸ਼ਣ ਕਰਨਾ ਠੀਕ ਹੈਗਾ, ਪਰ ਭਾਸ਼ਾ ਦਾ ਅਗਲਾ ਆਊਗਾ ਬਹੁਪੱਖੀ ਅਧਿਐਨ। ਜੇ ਤਾਂ ਇਕੱਲਾ ਭਾਸ਼ਾ ਦਾ ਵਿਸ਼ਲੇਸ਼ਣ ਹੁੰਦਾ ਤੇ ਕੋਈ ਹੋਰ ਗੱਲ ਇੱਥੇ ਹੁੰਦੀ, ਫਿਰ ਤਾਂ ਆਪਾਂ ਇਹਨੂੰ ਮੰਨ ਲੈਂਦੇ ਕਿ ਭਾਸ਼ਾ ਦਾ ਵਿਸ਼ਲੇਸ਼ਣ ਕਰਦਾ ਹੈ। ਪਰ ਇੱਥੇ ਇਹ ਗੱਲ ਵੀ ਸਹੀ ਨਹੀਂ, ਕਿਉਂਕਿ ਇਦੋਂ ਉੱਚ ਕੋਟੀ ਦੀ ਗੱਲ ਉਹ ਥੱਲੇ ਲਿਖੀ ਜਾਂਦਾ ਹੈਗਾ ਭਾਸ਼ਾ ਦਾ ਹਰੇਕ ਪੱਖ ਤੋਂ, ਬਾਹਲਿਆਂ ਪੱਖਾਂ ਤੋਂ। ਇਕੱਲਾ ਵਿਸ਼ਲੇਸ਼ਣ ਨਹੀਂ ਕਰਨਾ, ਭਾਸ਼ਾ ਦਾ ਜਿਹੜਾ ਅਰਥ ਦੇ ਪੱਧਰ ਤੋਂ ਵੀ ਅਧਿਐਨ ਕਰਨਾ, ਸਟਾਈਲ ਦੇ ਪੱਧਰ ਤੋਂ ਵੀ ਅਧਿਐਨ ਕਰਨਾ, ਉਹਦਾ ਜਿਹੜਾ ਚਿੰਨ੍ਹਾਂ ਦੇ ਪੱਧਰ ਤੋਂ ਵੀ ਅਧਿਐਨ ਕਰਨਾ, ਉਹਦਾ ਸਾਊਂਡ ਦੇ ਪੱਧਰ ਤੋਂ ਵੀ ਅਧਿਐਨ ਕਰਨਾ, ਉਹਦਾ ਸਿਲੇਬਲ ਦੇ ਪੱਧਰ ਤੋਂ ਵੀ ਅਧਿਐਨ ਕਰਨਾ। ਤਾਂ ਇਸ ਕਰਕੇ ਜਿਹੜਾ ਹੈਗਾ ਉਹ ਭਾਸ਼ਾ ਦਾ ਬਹੁਪੱਖੀ ਅਧਿਐਨ ਆਏਗਾ। ਸੋ ਅੱਜ ਦੇ ਸਾਡੇ ਜਿਹੜਾ ਸੀਗਾ ਇਸ ਵਿਖਿਆਨ ਦੇ ਵਿੱਚ ਅਸੀਂ 30 ਸਵਾਲ ਹੀ ਅੱਜ ਕਰਾਂਗੇ। ਬਾਕੀ ਦੇ ਜਿਹੜੇ ਸਵਾਲ ਨੇ ਉਹ ਫਿਰ ਜਿਹੜੇ ਸਾਡੇ ਆਪਣਾ ਅਗਲੇ ਸਵਾਲ ਜਿਹੜੇ ਰਹਿੰਦੇ ਹੈਗੇ ਨੇ ਉਹ ਅਸੀਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਸੋ ਧੰਨਵਾਦ।